सतनाम श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु बर श्री हरि गोबिंद। हरे राय हरे कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें है अमृत ज्ञान है माणक भगत वैराग। गुरु ग्रंथ साहिब उदद बंदो कार्य अनुराग। श्री गुर शब्द कमाए जिन जीते पंच विकार। तिन संतन कौ बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह है बिघन बिनासन सोए। एक अंकारा सतगुरु तेह प्रसाद सच होए। वाहिगुरु जी की फतेह है बिघन बिनासन सोए। एक अंकारा सतगुरु तेह प्रसाद सच होए। वाहिगुरु जी की फतेह है बिघन बिनासन सोए। सतनाम श्री वाहिगुरु साहिब जीओ। पही प्रात तब कूचको तो से तनकारे। सुनकर सगरी बहानी तूरन पई त्यारे। वाहिगुरु जी का खालसा वाहिगुरु जी की फतेह। गुरु रूप गुरु प्यारी खालसा साजी निवाजी परम सत्कार योग साध संगत जी। सतगुरु जी की अपार कृपा बख्शिश रहमत का सदका इस समय गुर इतिहास की कथा विचार करने का सुभाग समा प्राप्त होया है। आप सरबत संगतां माई भाई बहुत वडभागे हो जो पिछले समय तो पिछले दिनों तो आप जी लड़ीवार गुर इतिहास की कथा विचार सरवण करते आ रहे हो। जिवें आप जी ने कल दे दीवाना दे विच सरवण कीता कि चंदू पापी जहांगीर नूं लैके दिल्ली तो लाहौर नूं आया है कश्मीर जांदे होए अते जो सुली खान का भतीजा सुलभी खान वो मिलिया है। उसने अपने चाचे की मौत का बड़ा दुख मनाया ते चंदू ने कहना कीता कि तू अपने चाचे का अजे तक बदला लै नहीं सकिया, आराम दे नाल तू घर विच बैठा है
ਤੇ ਜੇ ਤੂੰ ਮੇਰਾ ਸਹਾਇਕ ਬਣਦਾ ਹੈ ਤੇ ਫਿਰ ਅਸੀਂ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰ ਸਕਦੇ ਹਾਂ। ਸੁਲਭੀ ਖਾਂ ਨੇ ਕਸਮ ਖਾਧੀ ਹੈ ਕਿ ਮੈਂ ਤੁਹਾਡੇ ਨਾਲ ਹਾਂ ਤੇ ਅਸੀਂ ਦੋਵੇਂ ਮਿਲ ਕੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕਰੀਏ। ਤੇ ਚੰਦੂ ਨੇ ਸਾਰੀਆਂ ਚਾਲਾਂ ਸਮਝਾ ਦਿੱਤੀਆਂ ਕਿ ਮੈਂ ਜਹਾਂਗੀਰ ਨੂੰ ਜਾ ਕੇ ਕਹਾਂਗਾ ਕਿ ਸਾਨੂੰ ਕੋਈ ਬੰਦਾ ਭੇਜਣਾ ਚਾਹੀਦਾ ਆ, ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਸਮਝਾਉਣਾ ਕਰੇ ਤੇ ਮੈਂ ਤੇਰਾ ਨਾਮ ਲਵਾਂਗਾ, ਤੂੰ ਹਾਂ ਦੇ ਵਿੱਚ ਹਾਂ ਮਿਲਾਉਣੀ ਹੈ। ਤੇ ਸਾਧ ਸੰਗਤ ਜੀ ਇਸ ਤਰ੍ਹਾਂ ਦੀਆਂ ਚਾਲਾਂ ਸਲਾਹ ਮਸ਼ਵਰੇ ਕਰਦੇ ਤੇ ਹੁਣ ਆਪੋ ਆਪਣੇ ਘਰਾਂ ਨੂੰ, ਆਪੋ ਆਪਣੇ ਡੇਰਿਆਂ ਨੂੰ ਗਏ ਨੇ। ਆਓ ਹੁਣ ਅੱਗੇ ਜਿਹੜਾ ਪ੍ਰਸੰਗ ਆ ਰਿਹਾ ਹੈ ਕਿ ਸੁਲਭੀ ਖਾਂ ਬਾਦਸ਼ਾਹ ਦੇ ਕਹਿਣ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੜ੍ਹ ਕੇ ਜਾਂਦਾ ਆ ਤੇ ਰਸਤੇ ਦੇ ਵਿੱਚ ਸਾਧ ਸੰਗਤ ਜੀ ਇੱਕ ਸ਼ਹੀਦ ਕੋਈ ਜਰਨੈਲ ਹੈ ਫੌਜਾਂ ਦੇ ਵਿੱਚ ਤੇ ਉਹਦੇ ਹੱਥੋਂ ਮਾਰਿਆ ਜਾਂਦਾ ਆ। ਜਦੋਂ ਉਹਨੇ ਸਾਰੇ ਸਿਪਾਹੀਆਂ ਦੀ ਤਨਖਾਹ ਮੰਗਣੀ ਹੈ ਕਿ 1 ਸਾਲ ਦੀਆਂ ਤਨਖਾਹਾਂ ਰਹਿੰਦੀਆਂ ਨੇ ਸੁਲੀ ਖਾਂ ਦੇ ਕੋਲੋਂ, ਤੇ ਇਸ ਤਰ੍ਹਾਂ ਗੱਲਾਂ ਬਾਤਾਂ ਦੇ ਵਿੱਚ ਝਗੜਾ ਹੋ ਗਿਆ ਤੇ ਸੁਲਭੀ ਖਾਂ ਦੀ ਉੱਥੇ ਮੌਤ ਹੋ ਜਾਂਦੀ ਰਸਤੇ ਦੇ ਵਿੱਚ ਹੀ। ਆਓ ਜਿਸ ਤਰ੍ਹਾਂ ਇਹ ਪ੍ਰਸੰਗ ਆ ਰਿਹਾ ਹੈ ਅਸੀਂ ਸਰਬੱਤ ਸੰਗਤਾਂ ਬਹੁਤ ਪਿਆਰ ਅਤੇ ਭਾਵਨਾ ਦੇ ਨਾਲ ਜਿੰਨੀ ਵੀ ਸੰਗਤ ਗੁਰੂ ਕੇ ਦਰਬਾਰ ਵਿੱਚ ਹੈ ਅਤੇ ਜਿਹੜੀ ਸੰਗਤ ਆਪਣੇ ਘਰਾਂ ਦੇ ਵਿੱਚ ਕੰਮ ਕਾਰ ਕਰਦੀ ਪਈ ਹੈ, ਸਾਰੀ ਸੰਗਤ ਕਥਾ ਵਿਚਾਰ ਸੁਣਦੀ ਹੈ। ਆਓ ਬੜੇ ਪਿਆਰ ਅਤੇ ਭਾਵਨਾ ਦੇ ਨਾਲ ਸਾਰੀਆਂ ਸੰਗਤਾਂ ਬੜੇ ਪਿਆਰ ਦੇ ਨਾਲ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਨ ਕਰੀਏ ਜੀ। ਪਈ ਪ੍ਰਾਤ ਤਬ ਕੂਚ ਕੋ ਤੋਸੇ ਤੰਦਕਾਰੇ। ਤੇ ਸਾਧ ਸੰਗਤ ਜੀ ਰਾਤ ਨੂੰ ਤੇ ਇਹਨਾਂ ਸਲਾਹਾਂ ਮਸ਼ਵਰੇ ਕਰਕੇ ਆਪੋ ਆਪਣੇ ਡੇਰਿਆਂ ਵਿੱਚ ਵੜ ਗਏ ਨੇ। ਹੁਣ ਜਦੋਂ ਸਵੇਰ ਹੋਈ ਹੈ ਨਾ, ਜਦੋਂ ਸਵੇਰ ਹੋਈ ਹੈ ਤੇ ਸਾਰੀਆਂ ਫੌਜਾਂ ਨੇ ਤਿਆਰੀਆਂ ਕੀਤੀਆਂ ਨੇ, ਨਗਾਰੇ ਵੱਜੇ ਨੇ, ਧੌਂਸੇ ਵੱਜੇ ਹਨ। ਸੁਨ ਕਰ ਸਗਰੀ ਬਹਾਨੀ ਤੁਰਨ ਪਈ ਤਿਆਰੇ। ਤੇ ਉਸ ਵਕਤ ਜਿੰਨੀ ਵੀ ਸਾਰੀ ਫੌਜ ਹੈ ਜਹਾਂਗੀਰ ਦੀ, ਇਹ ਸਾਰੀ ਬੜੀ ਜਲਦੀ ਦੇ ਨਾਲ ਅੱਗੇ ਚੱਲਣ ਦੇ ਲਈ ਸਾਰੀ ਫੌਜ ਤਿਆਰ ਹੋਈ ਹੈ। ਗਮਨੋ ਪੰਥ ਬਹੀਰ ਗਨ ਲਾਪੁਰ ਕੇ ਰਾਹੋ। ਇਸੇ ਤਰ੍ਹਾਂ ਸਾਰਾ ਰਸਤਾ ਜਿਹੜਾ ਲੰਘਦਿਆਂ ਹੋਇਆਂ ਤੇ ਲਾਹੌਰ ਦੇ ਰਸਤੇ ਤੇ ਪਏ ਹਨ। ਚਲ ਚੰਦੂ ਪਹੁੰਚੇ ਨਿਕਟ ਜਾਏ ਬੈਠਿਓ ਸਾਹੋ। ਤੇ ਸਾਧ ਸੰਗਤ ਜੀ ਤੁਰਨ ਤੋਂ ਪਹਿਲਾਂ, ਜਾਣ ਤੋਂ ਪਹਿਲਾਂ ਜਿਹੜਾ ਚੰਦੂ ਹੈ ਨਾ, ਇਹ ਬਾਦਸ਼ਾਹ ਦੇ ਕੋਲ ਗਿਆ ਏ। ਸਾਰੀਆਂ ਫੌਜਾਂ ਦੀਆਂ ਤਿਆਰੀਆਂ ਹੋ ਚੁੱਕੀਆਂ ਨੇ ਅੱਗੇ ਚੱਲਣ ਵਾਸਤੇ ਲਾਹੌਰ ਨੂੰ। ਤੇ ਜਿਹੜਾ ਚੰਦੂ ਪਾਪੀ ਹੈ ਇਹ ਬਾਦਸ਼ਾਹ ਜਹਾਂਗੀਰ ਦੇ ਕੋਲ ਗਿਆ ਹੈ। ਹਜਰਤ ਸੁਖ ਹੈ ਲਾਤ ਕੋ ਹਮ ਦੇਉ ਬਤਾਈ। ਤੇ ਜਾ ਕੇ ਇਸ ਚੰਦੂ ਨੇ ਬਹਾਨੇ ਦੇ ਨਾਲ ਮਿਲਣਾ ਕੀਤਾ ਕਿ ਬਾਦਸ਼ਾਹ ਜੀ ਮੈਂ ਤੁਹਾਡਾ ਹਾਲ ਪੁੱਛਣ ਲਾਇਆ ਵਾਂ, ਜਿਹੜੀ ਸੱਟ ਤੁਹਾਡੀ ਲੱਤ ਤੇ ਲੱਗੀ ਹੈ ਹੁਣ ਕੀ ਹਾਲ ਹੈ, ਕੋਈ ਦਰਦ ਤੇ ਨਹੀਂ ਹੁੰਦਾ। ਬੜੀ ਚਾਲ ਦੇ ਨਾਲ ਬਹਾਨੇ ਦੇ ਨਾਲ ਬਾਦਸ਼ਾਹ ਨੂੰ ਮਿਲਣ ਗਿਆ ਹੈ। ਚਿਤਵਤ ਪੀਰਾ ਆਪ ਕੀ ਮੋਹਿ ਨੀਂਦ ਨਾ ਆਈ। ਕਹਿਣ ਲੱਗਾ ਕਿ ਬਾਦਸ਼ਾਹ ਜੀ ਮੈਂ ਤੇ ਸਾਰੀ ਰਾਤ ਤੁਹਾਨੂੰ ਹੀ ਯਾਦ ਕਰਦਾ ਰਿਹਾ ਵਾਂ, ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ, ਮੈਨੂੰ ਤੁਹਾਡਾ ਹੀ ਫਿਕਰ ਤੰਗ ਕਰਦਾ ਰਿਹਾ ਕਿ ਬਾਦਸ਼ਾਹ ਨੂੰ ਸੱਟ ਲੱਗ ਗਈ ਹੈ, ਬਹੁਤ ਦਰਦ ਹੁੰਦੀ ਹੋਵੇਗੀ ਤੇ ਮੈਂ ਸਾਰੀ ਰਾਤ ਸੁੱਤਾ ਨਹੀਂ ਹਾਂ। ਜਾਣਤ ਜਨਮ ਕਿਤਾਬਕ ਤੇ ਕਿਮ ਸੰਕਟ ਹੋਆ। ਤੇ ਇਸ ਪ੍ਰਕਾਰ ਕਹਿੰਦਾ ਮੈਂ ਤੁਹਾਡੀ ਜਿਹੜੀ ਜਨਮ ਪੱਤਰੀ ਜਿਹੜੀ ਕਿਤਾਬ ਹੈ ਨਾ ਉਹਦੇ ਵਿੱਚ ਵੇਖ ਨਹੀਂ ਸਕਿਆ, ਤਾਂ ਕਰਕੇ ਤੁਹਾਨੂੰ ਇੰਨਾ ਜਿਹੜਾ ਸੰਕਟ ਜਿਹੜਾ ਦੁੱਖ ਮਿਲਿਆ ਇਹਦਾ ਕਾਰਨ ਮੈਂ ਲੱਭ ਨਹੀਂ ਸਕਿਆ ਕਿਉਂਕਿ ਉਹ ਚੋਰੀ ਹੋ ਗਈ ਹੈ। ਬੜੇ ਬਹਾਨੇ ਦੇ ਨਾਲ ਗੱਲ ਕਰ ਰਿਹਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਮੈਂ ਗੱਲ ਤੋਰਾਂ। ਕਹਿੰਦਾ ਉਹ ਜਿਹੜੀ ਜਨਮ ਪੱਤਰੀ ਵਾਲੀ ਕਿਤਾਬ ਹੈ ਨਾ ਉਹ ਤੇ ਲੱਭੀ ਨਹੀਂ ਤੇ ਮੈਂ ਜਿਹੜਾ ਸੰਕਟ ਹੈ ਨਾ ਜਿਹੜਾ ਤੁਹਾਡੇ ਤੇ ਆਇਆ ਇਹ ਵੇਖ ਲੈਣਾ ਸੀ। ਸੋ ਤਰ ਕਰ ਹਰ ਲੈ ਗਏ ਕਛ ਜਾਏ ਨਾ ਜੋਵਾ। ਕਹਿੰਦੇ ਚੰਦੂ ਨੇ ਕਹਿਣਾ ਕੀਤਾ ਕਿ ਉਹ ਜਿਹੜੀ ਕਿਤਾਬ ਹੈ ਨਾ ਉਹ ਤੇ ਚੋਰ ਨਾਲ ਹੀ ਚੁੱਕ ਕੇ ਲੈ ਗਏ ਹੋਰ ਸਮਾਨ ਦੇ ਨਾਲ, ਤੇ ਜਿਸ ਕਰਕੇ ਹੁਣ ਕੁਛ ਵੀ ਵੇਖਿਆ ਨਹੀਂ ਜਾ ਸਕਦਾ ਤੁਹਾਡੇ ਜੀਵਨ ਦੇ ਵਿੱਚ ਕਿ ਇਹ ਦੁੱਖ ਕਿਉਂ ਆਇਆ ਹੈ। ਉਹ ਜਿਹੜੀ ਕਿਤਾਬ ਹੈ ਉਹ ਚੋਰ ਚੁੱਕ ਕੇ ਲੈ ਗਏ ਹਨ। ਕਹਾ ਜਨਮੇ ਅਬ ਕਰੇ
ਡਿਗਹਿ ਨਾ ਕਿਤਾਬਾ। ਕਹਿੰਦੇ ਹੁਣ ਨਜੂਮੀ ਵੀ ਕੀ ਕਰੇਗਾ ਜਦੋਂ ਉਹਦੇ ਕੋਲ ਕਿਤਾਬ ਹੀ ਨਹੀਂ ਹੈ। ਕਿਤਾਬ ਹੋਵੇਗੀ ਤੇ ਫੇਰ ਹੀ ਉਹ ਤੁਹਾਡੀ ਜਨਮ ਜਿਹੜੀ ਪੱਤਰੀ ਕਿਤਾਬ ਹੈ ਉਹ ਵੇਖਣਾ ਕਰੇਗਾ। ਹੁਣ ਨਜੂਮੀ ਵੀ ਕੀ ਕਰ ਸਕਦਾ ਹੈ। ਸ਼ਸਤਰਹੀਨ ਜਿਮ ਸੂਰਮਾ ਕਿਆ ਦੇਹ ਜਜ਼ਬਾ। ਤੇ ਚੰਦੂ ਕਹਿੰਦਾ ਕਿ ਜਿਵੇਂ ਜਿਹੜਾ ਸੂਰਮਾ ਸ਼ਸਤਰ ਤੋਂ ਹੀਣਾ ਹੋਵੇ ਤੇ ਉਹ ਆਪਣੇ ਦੁਸ਼ਮਣ ਨੂੰ ਕਿਵੇਂ ਜਵਾਬ ਦੇ ਸਕਦਾ ਆ। ਭਾਵ ਕਿ ਸ਼ਸਤਰ ਜਿਹੜਾ ਸੂਰਮੇ ਦੇ ਕੋਲ ਬੜਾ ਜ਼ਰੂਰੀ ਹੈ। ਤੇ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਵੀ ਆਪਣੇ ਸਿੱਖਾਂ ਨੂੰ ਸ਼ਸਤਰ ਦਿੱਤੇ ਨੇ, ਕਿਉਂਕਿ ਗੁਰੂ ਕੇ ਸਿੰਘ ਸੂਰਮੇ ਨੇ, ਸੰਤ ਵੀ ਨੇ ਤੇ ਸਿਪਾਹੀ ਵੀ ਨੇ। ਇਸ ਪ੍ਰਕਾਰ ਕਹਿੰਦੇ ਜਿਹੜਾ ਬੰਦਾ ਸ਼ਸਤਰ ਤੋਂ ਹੀਣਾ ਹੈ ਉਹ ਆਪਣੇ ਦੁਸ਼ਮਣ ਨੂੰ ਜਵਾਬ ਕਿਵੇਂ ਦੇ ਸਕਦਾ ਹੈ। ਜਹਾਂਗੀਰ ਸੁਣ ਕੇ ਪਇਓ ਅਬ ਸੰਕਟ ਨਾਹੀ। ਇਸ ਪ੍ਰਕਾਰ ਕਹਿੰਦੇ ਜਹਾਂਗੀਰ ਸੁਣ ਕੇ ਚੰਦੂ ਕੋਲੋਂ ਕਹਿਣ ਲੱਗਾ ਕਿ ਹੁਣ ਮੈਂ ਠੀਕ ਹਾਂ, ਹੁਣ ਮੈਨੂੰ ਕੋਈ ਵੀ ਦੁੱਖ ਨਹੀਂ ਹੈ। ਤੋ ਕਿਤਾਬ ਖੁਜਾਈ ਹੈ ਇਸ ਦੇਸ ਕੀ ਮਾਹੀ। ਤੇ ਕਹਿਣਾ ਕੀਤਾ ਕਿ ਚੰਦੂ ਤੂੰ ਉਹ ਜਿਹੜੀ ਕਿਤਾਬ ਹੈ ਨਾ ਉਹ ਲਭਾਉਣਾ ਕਰ, ਉਹਦੀ ਖੋਜ ਕਰ। ਇਸ ਦੇਸ਼ ਦੇ ਵਿੱਚ, ਇਸ ਇਲਾਕੇ ਦੇ ਵਿੱਚ ਜਿੱਥੇ ਵੀ ਉਹ ਕਿਤਾਬ ਹੈ ਨਾ ਜਨਮ ਪੱਤਰੀ ਵਾਲੀ, ਉਸ ਕਿਤਾਬ ਨੂੰ ਤੂੰ ਲੱਭਣਾ ਕਰ। ਲਾਲਚ ਦਰਬ ਦਿਖਾਈ ਹੈ ਕੋ ਖੋਜ ਬਤਾਵੇ। ਤੇ ਤੁਸੀਂ ਕਿਸੇ ਨੂੰ ਲਾਲਚ ਦੇਣਾ ਕਰੋ, ਕੋਈ ਧਨ ਦੇਣਾ ਕਰੋ, ਧਨ ਦਾ ਲਾਲਚ ਦਿਓ ਤੇ ਜਿਹਦੇ ਕਰਕੇ ਉਹ ਕਿਤਾਬ ਦੀ ਖੋਜ ਨਿਕਲ ਆਵੇ, ਕਿਤਾਬ ਦੀ ਦੱਸ ਪੈ ਜਾਵੇ। ਕਰੋ ਯਤਨ ਸਭ ਬੰਧਨ ਕੇ ਜੇਕਰ ਸੋ ਪਾਵੇ। ਇਸ ਤਰ੍ਹਾਂ ਹਰ ਇੱਕ ਤਰੀਕੇ ਦੇ ਨਾਲ ਇਹ ਯਤਨ ਕਰੋ, ਹਰ ਇੱਕ ਵਿਧੀ ਦੇ ਨਾਲ ਇਹ ਕੰਮ ਕਰੋ ਜਿਹਦੇ ਕਰਕੇ ਉਹ ਕਿਤਾਬ ਜਿਹੜੀ ਹੈ ਸਾਨੂੰ ਪ੍ਰਾਪਤ ਹੋ ਜਾਵੇ। ਕਹਿ ਚੰਦੂ ਚਿਤ ਆਪ ਕੇ ਐਸੋ ਬਹੁ ਚਾਹਾ। ਤੇ ਜਿਹੜਾ ਚੰਦੂ ਹੈ ਨਾ, ਇਹ ਕਹਿ ਚੰਦੂ ਚਿਤ ਆਪ ਕੇ ਐਸੇ ਬਹੁ ਚਾਹਾ। ਕਹਿੰਦੇ ਬਾਦਸ਼ਾਹ ਜੀ ਜਿਵੇਂ ਤੁਸੀਂ ਆਪਣੇ ਮਨ ਵਿੱਚ ਯਾਦ ਕੀਤਾ ਹੈ ਨਾ, ਇਹ ਗੱਲ ਸੋਚੀ ਹੈ, ਕਹਿੰਦੇ ਇਵੇਂ ਹੀ ਹੋਵੇਗਾ, ਉਹ ਕਿਤਾਬ ਤੁਹਾਡੀ ਲੱਭ ਜਾਵੇਗੀ, ਤੁਸੀਂ ਫਿਕਰ ਨਾ ਕਰੋ। ਸੁਲਭੀ ਕੋ ਤਕਦੀਕ ਕਰ ਭੇਜੋ ਗੁਰੂ ਪਾਹਾ। ਤੇ ਕਹਿੰਦਾ ਕਿ ਬਾਦਸ਼ਾਹ ਜੀ ਸੁਲਭੀ ਖਾਨ ਜਿਹੜਾ ਹੈ ਨਾ, ਅਸੀਂ ਉਹਨੂੰ ਭੇਜਦੇ ਹਾਂ ਤੇ ਗੁਰੂ ਦੇ ਕੋਲ ਭੇਜਦੇ ਹਾਂ, ਗੁਰੂ ਅਰਜਨ ਦੇਵ ਜੀ ਦੇ ਕੋਲ। ਸਾਰੀ ਗੱਲਬਾਤ ਉਹਨੂੰ ਸਮਝਾ ਕੇ ਦੱਸ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਭੇਜਦੇ ਹਾਂ। ਕੰਠਕ ਮਿਲਦ ਬਚ ਕਹਿਓ ਸਮਝਾਏ ਜਾਹੀ। ਤੇ ਜਿਹੜਾ ਹੈ ਨਾ ਸੁਲਭੀ ਖਾਨ, ਉਹਨੂੰ ਅਸੀਂ ਸਮਝਾ ਕੇ ਭੇਜਾਂਗੇ ਕਿ ਉੱਥੇ ਜਾ ਕੇ ਥੋੜ੍ਹੇ ਮਿੱਠੇ ਬੋਲ ਵੀ ਬੋਲੇਗਾ ਤੇ ਜੇ ਨਾ ਮੰਨਣਗੇ ਤੇ ਫਿਰ ਥੋੜ੍ਹੇ ਸਖਤ ਵੀ ਬੋਲ ਬੋਲੇਗਾ ਤੇ ਇਸ ਢੰਗ ਦੇ ਨਾਲ ਉਹਨਾਂ ਨੂੰ ਸਮਝਾਉਣਾ ਕਰੇਗਾ। ਲਹਿ ਕਿਤਾਬ ਸੋ ਤਿਨੋਂ ਤੇ ਤਸਕਰਨ ਤਰਾਹੀ। ਤੇ ਜਿਹੜੀ ਇਹ ਕਿਤਾਬ ਚੋਰਾਂ ਨੇ ਛੁਪਾਈ ਹੋਈ ਹੈ ਨਾ, ਲਕੋਈ ਹੈ, ਉਹ ਜਿਹੜੀ ਕਿਤਾਬ ਹੈ ਉਹ ਜਿਹੜੀ ਉਹਨਾਂ ਦੇ ਕੋਲੋਂ ਮਿਲ ਜਾਵੇਗੀ। ਨਹੀਂ ਸਿਫਾਰਸ਼ ਕੋ ਸੁਨੇ ਤਿਸ ਕੋ ਡਰ ਪਾਵੇ। ਤੇ ਫਿਰ ਕਿਸੇ ਦੀ ਵੀ ਸਿਫਾਰਿਸ਼ ਸੁਣੀ ਨਹੀਂ ਜਾਵੇਗੀ। ਜੇ ਕੋਈ ਸਿਫਾਰਿਸ਼ ਲੈ ਕੇ ਆਵੇਗਾ ਨਾ, ਕਿਸੇ ਦੀ ਸਿਫਾਰਿਸ਼ ਅਸੀਂ ਸੁਣਨੀ ਨਹੀਂ ਹੈ ਤੇ ਉਹਨਾਂ ਨੂੰ ਅਸੀਂ ਜਾ ਕੇ ਅੰਮ੍ਰਿਤਸਰ ਸਾਹਿਬ ਡਰ ਦੇਣਾ ਹੈ। ਬਿਨ ਡਰ ਪੇ ਕੋ ਦੇਤ ਨਹਿ ਸਭ ਕੇ ਬਨ ਆਵੇ। ਚੰਦੂ ਕਹਿੰਦਾ ਕਿ ਬਾਦਸ਼ਾਹ ਜੀ ਇਹ ਅਸੀਂ ਸਭ ਥਾਵਾਂ ਤੇ ਇਸੇ ਤਰ੍ਹਾਂ ਹੀ ਹੁੰਦਾ ਆ, ਬਿਨਾਂ ਡਰ ਤੋਂ ਜਿਹੜਾ ਹੈ ਨਾ ਕੰਮ ਨਹੀਂ ਹੁੰਦਾ, ਬਿਨਾਂ ਡਰ ਤੋਂ ਕੋਈ ਵੀ ਚੀਜ਼ ਦਿੰਦਾ ਨਹੀਂ ਹੈ। ਇਸ ਕਰਕੇ ਸਾਨੂੰ ਜਾ ਕੇ ਡਰ ਦੇਣਾ ਪੈਣਾ ਹੈ। ਕਰੇ ਦੋਹ ਸਾਹੂ ਨਾ ਲਿਖੇ ਕਹੇ ਚੰਦੂ ਸੰਗਾ। ਤੇ ਇਸ ਪ੍ਰਕਾਰ ਕਹਿੰਦੇ ਜਿਹੜਾ ਬਾਦਸ਼ਾਹ ਆ ਨਾ, ਉਹ ਜਾਣਦਾ ਨਹੀਂ ਹੈ ਕਿ ਚੰਦੂ ਤੇ ਆਪਣਾ ਵੈਰ ਕੱਢ ਰਿਹਾ ਹੈ, ਬਹੁਤ ਸਾਰੀਆਂ ਚੁਗਲੀਆਂ ਲਾ ਰਿਹਾ ਹੈ ਤੇ ਇਹ ਜਿਹੜਾ ਬਾਦਸ਼ਾਹ ਇਹ ਕੁਝ ਜਾਣਦਾ ਨਹੀਂ ਹੈ। ਪ੍ਰਥਮ ਬਿਨੇ ਕੇ ਬੈਨ ਕਹੇ ਨਹਿ ਕਹੇ ਕਟੰਦਾ। ਇਸ ਪ੍ਰਕਾਰ ਕਹਿੰਦੇ ਪ੍ਰਥਮ ਬਿਨੈ ਕੇ ਬੈਨ ਕਹਿ ਨਹਿ ਕਹੈ ਕੁਟੰਗਾ। ਇਸ ਪ੍ਰਕਾਰ ਜੋ ਬਾਦਸ਼ਾਹ ਹੈ ਤੇ ਉਸ ਵਕਤ ਵੀ ਪ੍ਰਥਮ ਬਿਨੈ ਕੇ ਬੈਨ ਕਹਿ ਨਹਿ ਕੁਟੰਗਾ। ਤੇ ਸਾਧ ਸੰਗਤ ਜੀ ਜੋ ਮਮ ਦਿਸ਼ ਤੇ ਸਮਝਾਏ ਹੈ ਨਹਿ ਚੋਰ ਰਖੀਜੈ। ਇਸ ਪ੍ਰਕਾਰ ਕਹਿੰਦੇ ਜੋ ਪਹਿਲਾਂ ਵੀ ਜਿਹੜੀ ਹੈ ਬੇਨਤੀ ਹੈ, ਜਿਹੜੇ ਭਜਨ ਕੀਤੇ ਨੇ, ਨਹਿ ਕਹੈ ਕੁਟੰਗਾ, ਕਿ ਇਸ ਪ੍ਰਕਾਰ ਜਿਹੜੇ ਖੋਟੇ ਕੰਮ ਹੈ ਇਹ ਨਹੀਂ ਕਰਨੇ।
इस प्रकार पहला भी जिहड़े बचन बेनतियां कीतियां सी। मामदिश ते समझाए है नह चोर खीजे। ते बादशाह कहंदा कि मेरे वल्लों भी जाके समझा दिओ, कह दिओ गुरु अर्जन देव जी नूं कि जिहड़े चोर धाड़ भी ये बिल्कुल नहीं रखने चाहिए, ये काम माड़ा है। ये बादशाह कहंदा मेरे वल्लों भी समझा देना करियो। जे कर खर्चे विशाल है तन हम ते लीजे। ते जे किते तुहाडे कोल धन थोड़ा आ, तुहाडा खर्चा ज़्यादा आ ना, सरदा नहीं है, ते फिर तुसीं साडे कोलों धन लै लो, साडे कोलों वस्तुआं समगरी लै लो। जे तुहाडा सरदा नहीं है, तुहानूं ये बंदे रखने पैंदे ने, ये गल्लां मेरे वल्लों तुसीं कहना करियो। किधरो ग्राम लिहो और अब मंदी तज चोरी। कहंदे जे लोड़ आ ते तुहानूं होर भी पिंड दे देने आ, तुहानूं होर भी नगर दे देने आ, जे तुसीं तुहानूं लोड़ है ते पर जिहड़ी ये चोरी कराउणी है ना, ये बड़ा काम माड़ा आ, ये तुसीं छड्ड दिओ। होत पीर जी पाप बड कब करे जे थोरी। कहंदे तुसीं तां बड़े वड्डे पीर हो, गुरु हो, ते भावें थोड़ा जिहा भी गलत काम करो उहदा बहुत वड्डा पाप लगदा है। बिने करो बहु पात की मर्द कह समझाओ। इस प्रकार कहंदे मेरे तरफ तो मेरे वल्लों ये जड़ियां बेनतियां करो ते बड़े मिठे बोल बोल के उन्हां नूं समझाउणा करो। तस्कर राखे के नहीं ये निचा पाओ। ते ये जाके उन्हां दे कोलों निचा करवाओ कि अपने कोल चोर धाड़ भी नहीं रखणगे, क्योंकि चंदू ने बड़ियां चुगलियां कीतियां ने, बहुत इस तरह दीयां गल्लां बातां कीतियां ने, कन भरे ने। ते इस प्रकार साध संगत जी जो ये बादशाह जहांगीर ये कहंदा कि उन्हां दे कोलों निश्चा करवा लिओ, पक्का करवा लिओ कि भाई अगे तो ये काम नहीं करना। सुन सुलभी कर जोर कहे जिम आइस पाओ। इस प्रकार कहंदे सुलभी खान ने दोवें हथ जोड़े ने, कहंदे जिवें बादशाह जी जिवें तुहाडी आग्या है, जिवें तुहाडा हुक्म है। मिल परखो सब वार्ता नीके समझाओ। इस प्रकार साध संगत जी जो मिल परखो सब वार्ता नीके समझाओ, जाके ना सारी जड़ी गल है परखना करियो कि की सच है की झूठ है, ते बड़े चंगे तरीके दे नाल सत्कार मान दे नाल उन्हां नूं समझाउणा है। जिम निकसे चोरी करी तिम रचियो उपाहा। ते जिम निकसे चोरी करी कहंदे जिवें कहंदे भी चोरी करदे ने जां किताब कढ़ी है, कहंदे उसे तरह ही जिहड़ा उपाय है ना वो तुसीं करियो कि भाव जिहदे नाल चोरी कराउणी छड्ड देण, ये जिहड़ा निश्चा उन्हां कोलों करायो। अपर थान खोजे भले दे दरब सवाया। ते होर थां ते भी जिहड़ी है ना चंगी तरह खोज करियो, भावें तुहानूं जिहड़ा धन भी देना पवे, धन दे के भी वो जिहड़ी किताब लभ जावे। जाओ कहो करके अनेह तन के दिओ त्रासा। कहंदे जिवें किवें भी होवे तुसीं वो किताब लैके आउणी है, धन भी दे करके ते डर भी दे करके, इस प्रकार जिहड़ी किताब है वो लभ के लियाउणी है। बिरछ हलाए देत फल नत परे न आसा। साध संगत जी जिहड़ा चंदू है ना, ये जिहड़ा ये गल्लां कर रहा वा, कहंदा कि बादशाह जी भावें सानू धन देना पवे जां डर देना पवे, ये खोज ते करनी पैनी है ना, भावें जिस तरह मर्जी होवे। ये जिहड़ी किताब है, ये जिहड़ी चोरी कीती हुई है, ये असीं कढांगे जिवें भी यतन होया। ते हुण कहंदा कि जिवें बरिश हलाए देत फल, कहंदे जिन्ना चिर तक बरिश नूं हिलाओ ना उन्ना चिर तक वो भी फल नहीं दिंदा, वो भी फल नहीं दिंदा। बरिश नूं भी रुख नूं भी हिलाउणा पैंदा आ, कोई वट्टा मारना पैंदा आ, फिर जाके वो फल दिंदा आ। इस तरह कहंदे गुरु अर्जन देव महाराज दे कोल जाना आ ते उन्हां ने एवें थोड़ा किताब दे देनी है, इस करके थोड़ा बहुता जिहड़ा डर है ना वो देना पैंदा है। इत्यादि कहे चढ़ चलियो सुलभी मतहीना। ते साध संगत जी इस प्रकार जिहड़ियां इत्यादक गल्लां बातां करके जिहड़ा सुलभी खां आ ना सारियां ये करके गल्लां बातां ते हुण उसने चढ़ाई कर दित्ती है। सुलभी खां भी तैयार बैठा आ कि मैं जल्दी दे नाल किसे बहाने जावां। हुण सारी इहने तैयारी कर लई है ते तैयार तां पहिलां ही सी ते साध संगत जी जिहड़ियां गल्लां बातां कीतियां, कहंदा थोड़ा बहुता ते डर देना पैना आ। कहंदे बरिश हलाए तो बिना ते फल भी नहीं मिलदा।
इस प्रकार ये जिहड़ा सुलभी खां है इन्हें हुण चढ़न दी जान दी तैयारी कीती है। परियो काल सो धर्मती खल उर नह चीना। ते साध संगत जी समझो कि काल ने ही इस नूं प्रेर दिता है, मौत ने ही सुलभी खां नूं प्रेर दिता उत्थे जाण दे लई। ये दुरमति कहंदे बड़ी खोटी मत वाला आ ते मौत अपने आप सद लैंदी है बंदे नूं। खल और नह चीना, इस मूर्ख ने अपने हिरदे दे विच जाणिया नहीं है कि मैं चढ़ के ते चलिया वां, मेरी रस्ते दे विच मौत हो जानी है। जिम अजगर के मुख परे अंधा बिन हेरे। ते साध संगत जी जिवें कहंदे अजगर दे मुख दे विच पै जांदा अंधा बिन हेरे, कहंदे जिहड़ा अंधा बंदा है ना अन्ना होया बिना वेखे तो कहंदे अजगर दे मूँह दे विच पै जांदा है। बिन कारण द्रोही दुष्ट कह क्रोध बडेरे। इसे तरह जिहड़ा बड़ा वड्डा ये दुश्मन है, ये सुलभी खान बड़ा वड्डा दुष्ट है कि बिना कारण तो गुरु अर्जन देव महाराज जी दे नाल वैर कमा रहा है। कोई भी गल नहीं है, ये बड़ा वड्डा वैर कर रहा ते बड़ा इहदे अंदर क्रोध है, बड़ा गुस्सा है। करे वैर निर्वैर सो तद छिन मित्र पावे। कहंदे कि ये सुलभी खां जिहड़ा है ना वैर कर रहा निर्वैर दे नाल, भाव कि गुरु अर्जन देव जी किसी नाल वैर नहीं करते, किसी दे नाल दुश्मनी नहीं करते। वो तो सब को मीत हम आपन कीना, हम सबना के साजन। उन्होंने तो दुश्मनों नूं भी अपने मित्र समझिया है ते ये जिहड़ा वैरी है ये उन्हां दे नाल वैर कर रहा जिहड़े निर्वैर हन। जम गह गरे नरक मह दुख ते बिलावे। ते साध संगत जी जिन्हों बड़ी जल्दी दे नाल मौत मिल गई है सुलभी खां नूं ते जम गह गेरै नरक में, जमा ने नरक दे विच सुट दिता इस नूं ते दुख ते बिल लावे। कहंदे दुख दे नाल बड़ा विलकदा आ, दुख दे नाल बड़ा व्याकुल हुंदा है। गिरसो सिर मारे सलब फुटत मर जे है। इस प्रकार कहंदे गेर कहंदे ने पहाड़ नूं ते साध संगत जी जिवें कहंदे कि जोर दे नाल पहाड़ नूं सिर मारिया जावे, कहंदे पहाड़ नूं सिर मारिया जावे ते फूटत मर जाए है। जिवें कहंदे बंदा मर जांदा आ ओदा सिर फट जांदा है। नभ दिश बाण प्राहने उल्टे तिस कह है। कहंदे जिवें आकाश वाल नूं तीर चलाइए ना वो तीर वापस आण के उपर डिगदा आ ते उल्टा आप ही बंदा मर जांदा आ। कहंदे वो हाले दे नाल बन रहा कि जिवें बंदा पहाड़ नूं जाके सिर मारे ते सिर फट जाएगा, बंदा मर जाएगा। जिवें तीर उपर नूं चलावे तो उही तीर आण के उहदे सिर 'च ही वजना आ। कहंदे उही हाल इस सुलभी खां दा है। अल्प सैन जे साथ है हरकत बयाना। ते जो हुण अपनी सैना नाल लैके तुर पिया है साध संगत जी, अपने नाल सिपाही लैके तुर पिया बादशाह दे कोलों ते बड़ा मन दे विच खुश है। जो चाचे ते बच रहे हो मैं कहो हाना। कहन लगा कि जो मेरे चाचे दे कोलों बच गए है ना गुरु अर्जन देव जी सुलभी खां तो बच गए आ ते हुण मैं उन्हां नूं जाके मारांगा। कहो कुटुंब मजार में ओ है बड़ियाई। ते अपने परिवार नूं कहिंदा आ कि मैं हुण जाके मारना है गुरु अर्जन देव जी नूं ते मैं बड़ी वड्डी वडियाई प्राप्त करांगा। आन अचानक बिद बनी इम चितवत जाही। ते साध संगत जी चान चक बिद बन गई है ते बहुत ज़्यादा मन दे विच सोचदा जांदा आ, चितवदा जांदा बड़ी खुशी दे नाल, पर चान चक बिद बन गई है। जहांगीर चंदू चमू लपुरी प्याने। ते जहांगीर जिहड़ा आ इस सुलभी खां नूं तोड़ के ते आप अपनी नाल फौज लैके लाहौर नूं चल पिया है। तोप रहे कले संग में छूट शब्द महाने। ते बहुत सारियां तोपां होर जिहड़े हथियार ने नाल ने ते जदों तोपां दे गोले छुटदे ने चलाउंदे ने बहुत ज़्यादा आवाज़ आउंदी है। चंदू हृदय विचार तो जावत गुरु पावे। ते चंदू जिहड़ा आ ना वो अपने मन विच विचारदा जांदा, बड़ी खुशी है चंदू नूं भी कि मैं सुलभी खां नूं तोड़ दिता सिपाही दे के। कहंदा हुण ते गुरु जिहड़ा है ना मर जावेगा, गुरु दी मौत हो जावेगी। नाता देओ हटाए जिन सो अब फल पावे। ते जिन्हां ने मेरी लड़की दा रिश्ता मोड़ दिता सी ना हुण उन्हां नूं फल जिहड़ा मिलेगा, हुण उन्हां दी मौत होवेगी।
इत सुलभी गमनो गयो जब द्वादश कोसा। ਤੇ ਜਦੋਂ ਸਾਧ ਸੰਗਤ ਜੀ ਇਹ ਸੁਲਭੀ ਖਾਂ ਜਿਹੜਾ ਆਪਣੀਆਂ ਫੌਜਾਂ ਦੇ ਨਾਲ ਸਿਪਾਹੀਆਂ ਦੇ ਨਾਲ ਚੱਲਦਾ ਹੋਇਆ 12 ਕੋਹ ਚੱਲ ਕੇ ਅੱਗੇ ਪਹੁੰਚ ਗਿਆ ਹੈ। ਜਥੇਦਾਰ ਸੈਦ ਮਿਲਿਓ ਜਿਸ ਕੇ ਮਨ ਰੋਸਾ। ਤੇ ਰਸਤੇ ਦੇ ਵਿੱਚ ਜਿਹੜਾ ਸ਼ਹੀਦ ਸਮਝ ਲਓ ਜਥੇਦਾਰ ਆ ਤੇ ਉਹ ਜਿਹੜਾ ਮਿਲਿਆ ਹੈ ਰਸਤੇ ਦੇ ਵਿੱਚ ਸੁਲਭੀ ਖਾਂ ਨੂੰ ਤੇ ਜਿਹਦੇ ਮਨ ਦੇ ਵਿੱਚ ਬੜਾ ਗੁੱਸਾ ਹੈ। ਮਿਲੇ ਸਲਾਮਾ ਲੋਕ ਸੋ ਬੁਝਿਓ ਕਿਤ ਜਾਵੋ। ਤੇ ਜਾ ਕੇ ਜਦੋਂ ਮਿਲਿਆ ਉਸ ਨੂੰ ਸੁਲਭੀ ਖਾਂ ਨੂੰ ਰਸਤੇ ਵਿੱਚ ਤੇ ਸਲਾਮਾ ਲੇਕਮਾ ਕੀਤਾ ਆ, ਹਾਲ ਚਾਲ ਪੁੱਛਿਆ ਤੇ ਨਾਲ ਪੁੱਛਣਾ ਕੀਤਾ ਕਿ ਸੁਲਭੀ ਖਾਂ ਨੂੰ ਕਿ ਤੂੰ ਕਿੱਥੇ ਚੱਲਿਆ ਹੈ। ਪੜਿਓ ਸਾਹੋ ਕਿਸ ਕਾਮ ਮੁਝ ਪੁਨ ਲਾਪੁਰ ਤੇ ਆਇਓ। ਉਸ ਸੁਲਭੀ ਖਾਂ ਨੇ ਕਹਿਣਾ ਕੀਤਾ ਕਿ ਮੈਨੂੰ ਬਾਦਸ਼ਾਹ ਨੇ ਕਿਸੇ ਕੰਮ ਭੇਜਿਆ ਵਾ ਤੇ ਮੈਂ ਉਹ ਕੰਮ ਕਰਕੇ ਅੰਮ੍ਰਿਤਸਰ ਸਾਹਿਬ ਤੋਂ ਵਾਪਸ ਲਾਹੌਰ ਜਾਣਾ ਹੈ। ਸੁਨ ਸੈਦ ਨੇ ਤਬਰ ਕਹਿਓ ਹਮ ਕੁਛ ਡਿਗ ਆਏ। ਤੇ ਸੁਣ ਕਰਕੇ ਉਸ ਸ਼ਹੀਦ ਨੇ ਕਹਿਣਾ ਕੀਤਾ ਕਿ ਅਸੀਂ ਤੁਹਾਡੇ ਕੋਲ ਹੀ ਆਏ ਆ ਤਾਂ ਸਾਨੂੰ ਤੁਹਾਡੇ ਨਾਲ ਹੀ ਕੰਮ ਹੈ। ਸੁਲੀ ਕੇ ਚਾਕਰ ਹਤੇ ਇਹ ਪਟ ਸਮੁਦਾਏ। ਕਹਿਣ ਲੱਗਾ ਸ਼ਹੀਦ ਕਿ ਜਿਹੜੇ ਮੇਰੇ ਨਾਲ ਇਹ ਸਿਪਾਹੀ ਹੈ ਨਾ, ਆ ਜਿਹੜੇ ਮੇਰੇ ਨਾਲ ਖੜੇ ਨੇ ਇਹ ਸਾਰੇ ਸੁਲੀ ਖਾਂ ਦੇ ਕੋਲ ਨੌਕਰੀ ਕਰਦੇ ਨੇ ਤੇ ਸੁਲੀ ਖਾਂ ਦੀ ਮੌਤ ਹੋ ਗਈ ਹੈ ਤੇ ਸੁਲੀ ਖਾਂ ਮਾਰਿਆ ਗਿਆ ਤੇ ਇਹ ਜਿਹੜੇ ਮੇਰੇ ਨਾਲ ਸਿਪਾਹੀ ਨੇ ਇਹ ਸਾਰੇ ਸੁਲੀ ਖਾਂ ਦੇ ਕੋਲ ਨੌਕਰੀ ਕਰਦੇ ਸੀ। ਏਕ ਬਰਖ ਕੀ ਚਾਕਰੀ ਇਨ ਹੱਥ ਨ ਆਈ। ਤੇ ਇਹ ਨੌਕਰੀ ਕਰਦੇ ਆ ਕਹਿੰਦੇ 1 ਸਾਲ ਹੋ ਗਿਆ, 1 ਸਾਲ ਦੀਆਂ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ। 1 ਸਾਲ ਦੀਆਂ ਤਨਖਾਹਾਂ ਸੁਲੀ ਖਾਂ ਨੇ ਨਹੀਂ ਦਿੱਤੀਆਂ, ਇਹਨਾਂ ਦੇ ਹੱਥ ਵਿੱਚ ਕੁਛ ਵੀ ਆਇਆ ਨਹੀਂ ਹੈ। ਸੋ ਤੁਝ ਤੇ ਸਭ ਚਾਹਤ ਹੈ ਦੇ ਰਾਖ ਵਡਾਈ। ਤੇ ਹੁਣ ਇਹ ਸਾਰੇ ਸਿਪਾਹੀ ਚਾਹੁੰਦੇ ਨੇ ਕਿ ਤੂੰ ਜਿਹੜੀ ਸੁਲੀ ਖਾਂ ਦਾ ਤੂੰ ਭਤੀਜਾ ਆ, ਤੂੰ ਵੀ ਪੁੱਤਰ ਹੀ ਲੱਗਦਾ ਆ ਤੇ ਜਿਹੜੀਆਂ ਤਨਖਾਹਾਂ ਬਣਦੀਆਂ ਨੇ ਨਾ ਇਹਨਾਂ ਸਾਰੇ ਸਿਪਾਹੀਆਂ ਨੂੰ ਦੇਣਾ ਕਰ ਤੇ ਇਹ ਆਪਣਾ ਗੁਜ਼ਾਰਾ ਕਰਨ ਵਾਲੇ ਬਣਨ। ਇਹ ਤੇਰੇ ਕੋਲੋਂ ਇਹ ਤਨਖਾਹਾਂ ਲੈਣ ਆਏ ਹਨ। ਬਿਨਾ ਦੀਏ ਸੋ ਮਰ ਗਇਓ ਤੋ ਪੁੱਤਰ ਸਮਾਨਾ। ਤੇ ਉਹ ਤਨਖਾਹਾਂ ਦੇਣ ਤੋਂ ਬਿਨਾਂ ਹੀ ਸੁਲੀ ਖਾਂ ਮਾਰਿਆ ਗਿਆ ਵਾ, ਚੱਲ ਵਸਿਆ ਹੈ ਤੇ ਹੁਣ ਤੂੰ ਉਹਨਾਂ ਦਾ ਮਹਾਨ ਪੁੱਤਰ ਆ, ਭਾਵੇਂ ਭਤੀਜਾ ਆ, ਤੂੰ ਉਹਨਾਂ ਦਾ ਪੁੱਤਰ ਲੱਗਦਾ ਹੈ। ਇਨ ਸਭ ਟਿਟਕੋ ਦੀਜੀਏ ਚਿਤ ਚਾਹਤ ਮਹਾਨਾ। ਤੇ ਇਸ ਪ੍ਰਕਾਰ ਕਹਿੰਦੇ ਇਨ ਸੁਭਟਨ ਕੋ ਦੀਜੀਏ। ਸੁਭਟਨ ਹੁੰਦਾ ਕਿ ਸੂਰਮੇ ਸਿਪਾਹੀ, ਇਹਨਾਂ ਸੂਰਮਿਆਂ ਨੂੰ ਇਹਨਾਂ ਸਿਪਾਹੀਆਂ ਨੂੰ ਜਿਹੜੇ ਬਣਦੇ ਪੈਸੇ ਆ ਨਾ 1-1 ਸਾਲ ਦੇ ਸਾਰਿਆਂ ਨੂੰ ਉਹ ਦੇਣਾ ਕਰ ਤੇ ਫਿਰ ਤੈਨੂੰ ਬੜਾ ਮਹਾਨ ਆਪਣੇ ਚਿੱਤ ਦੇ ਵਿੱਚ ਜਾਣਨਗੇ ਕਿ ਤੂੰ ਜਿਹੜੀ ਸਾਡੀ ਸਹਾਇਤਾ ਕੀਤੀ ਹੈ, ਬਣਦੇ ਪੈਸੇ ਜਿਹੜੇ ਦਿੱਤੇ ਹਨ। ਸੁਨ ਸੁਲਭੀ ਬੋਲਿਓ ਤਬੇ ਮੈਂ ਜਾਣਤ ਨਾਹੀ। ਤੇ ਸੁਣ ਕਰਕੇ ਸ਼ਹੀਦ ਦੇ ਕੋਲੋਂ ਇਹ ਸੁਲਭੀ ਖਾਂ ਕਹਿਣ ਲੱਗਾ ਕਿ ਕਹਿੰਦਾ ਮੈਂ ਤੇ ਕੁਝ ਵੀ ਜਾਣਦਾ ਨਹੀਂ ਹੈ। ਕਹਿੰਦੇ ਕਿਹੜੀਆਂ ਤਨਖਾਹਾਂ ਇਹ ਮੈਨੂੰ ਕੋਈ ਪਤਾ ਨਹੀਂ ਹੈ, ਕਿੰਨੇ ਪੈਸੇ ਦੇਣੇ ਨੇ ਮੈਨੂੰ ਕੋਈ ਪਤਾ ਨਹੀਂ, ਮੈਂ ਜਾਣਦਾ ਨਹੀਂ ਹਾਂ। ਕਬ ਕੀ ਦੇਣੀ ਕਹਿ ਨਹੀਂ ਕਈ ਤੱਕ ਤਿਸ ਪਾਹੀ। ਇਹ ਕਹਿਣ ਲੱਗਾ ਕਦੋਂ ਦੀਆਂ ਤਨਖਾਹਾਂ ਦੇਣੀਆਂ ਮੈਨੂੰ ਤੇ ਕੋਈ ਪਤਾ ਨਹੀਂ, ਤੁਸੀਂ 1 ਸਾਲ ਦੀਆਂ ਕਹਿ ਰਹੇ ਜੇ ਤੇ ਕਿੰਨੇ ਪੈਸੇ ਦੇਣੇ ਨੇ ਇਹ ਵੀ ਮੈਨੂੰ ਕੋਈ ਪਤਾ ਨਹੀਂ ਤੇ ਕੇਤਕ ਤਿਸ ਪਾਹੀ ਤੇ ਕਿਹਨੂੰ ਦੇਣੇ ਨੇ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਹੈ। ਜਬਲਾਪੁਰ ਕੋ ਆਏ ਹੈ ਨਿਰਹਿ ਕਰ ਲਿਹ। ਕਹਿੰਦਾ ਜਦੋਂ ਮੈਂ ਅੰਮ੍ਰਿਤਸਰ ਸਾਹਿਬ ਤੋਂ ਹੋ ਕੇ ਲਾਹੌਰ ਪਹੁੰਚਾਂਗਾ ਨਾ ਉਦੋਂ ਅਸੀਂ ਨਿਰਣਾ ਕਰ ਲਵਾਂਗੇ, ਉਦੋਂ ਅਸੀਂ ਦੇਖ ਲਵਾਂਗੇ। ਮਿਲ ਚੰਦੂ ਕੇ ਸੰਗ ਹਮ ਨਿਕਸੇ ਸੋ ਦੇ ਹੈ। ਤੇ ਮੈਂ ਚੰਦੂ ਦੀਵਾਨ ਦੇ ਨਾਲ ਸਲਾਹ ਕਰ ਲਵਾਂਗਾ ਤੇ ਜੇ ਤੁਹਾਡੇ ਪੈਸੇ ਬਣਦੇ ਹੋਣਗੇ ਤੇ ਮੈਂ ਦੇ ਦੇਵਾਂਗਾ। ਸਾਇਦ ਕਹੇ ਕਿਮ ਇਹ ਨਿਕਟੇ ਚਾਹੇ ਖਾਨ ਸਰੂਪਾਨਾ। ਤੇ ਸ਼ਹੀਦ ਕਹਿਣ ਲੱਗਾ ਕਿ ਸੁਲਭੀ ਖਾਨ ਇਹ ਜਿਹੜੇ ਸੂਰਮੇ ਨੇ, ਜਿਹੜੇ ਸਿਪਾਹੀ ਨੇ, ਜਿਨ੍ਹਾਂ ਨੇ ਨੌਕਰੀਆਂ ਕੀਤੀਆਂ ਨੇ 1 ਸਾਲ ਹੋ ਗਿਆ ਤਨਖਾਹਾਂ ਨਹੀਂ ਮਿਲੀਆਂ, ਇਹ ਕਿੱਦਾਂ ਟਿਕਣਗੇ? ਇਹਨਾਂ ਨੇ ਖਾਣਾ ਵੀ ਆ, ਪੀਣਾ ਵੀ ਆ, ਪਹਿਨਣਾ ਵੀ ਆ, ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਇਹ ਕਿੱਦਾਂ ਟਿਕਣਗੇ, ਕਿੱਦਾਂ ਰਹਿਣਗੇ? ਕਹੇ ਨਾ ਲਾਗੇ ਕਿਸ਼ੂ ਕੇ ਲੈ ਹੈ ਸਥਾਨਾ। ਤੇ ਹੁਣ ਕਹਿੰਦੇ ਕਹੇ ਨਾ ਲਾਗੇ ਕਿਸੂ ਕੇ, ਕਹਿੰਦੇ ਕਿਸੇ ਦੇ ਵੀ ਆਖੇ ਨਹੀਂ ਇਹ ਲੱਗਣ ਵਾਲੇ ਤੇ ਲੈ ਹੈ ਇਸ ਸਥਾਨਾ। ਕਹਿੰਦੇ ਤੇਰੇ ਕੋਲੋਂ ਹੁਣੇ ਹੀ ਪੈਸੇ ਲੈਣਗੇ। ਕਹਿੰਦੇ ਕਿਸੇ ਦੇ ਵੀ ਆਖੇ ਨਹੀਂ ਲੱਗਣ ਵਾਲੇ, 1 ਸਾਲ ਹੋ ਗਿਆ ਪੈਸੇ ਲੈਣੇ ਨੇ ਤੇ ਤੁਸੀਂ ਕੋਈ ਪੱਲਾ ਨਹੀਂ ਫੜਾ ਰਹੇ। ਹੁਣ ਇਹਨਾਂ ਨੇ ਤੇਰੇ ਕੋਲੋਂ ਇਸੇ ਜਗ੍ਹਾ ਤੇ ਪੈਸੇ ਲੈਣੇ ਹਨ। ਸੁਲਭੀ ਆਖ ਦਿਖਾਏ ਰਿਸ
मैं गणमत राहू। ਤੇ ਸੁਲਭੀ ਖਾਨ ਨੇ ਜਦੋਂ ਇਹ ਗੱਲ ਸੁਣੀ ਹੈ ਨਾ, ਸੁਲਭੀ ਖਾਨ ਨੇ ਵੀ ਗੁੱਸੇ ਦੇ ਵਿੱਚ ਆਣ ਕੇ ਅੱਖਾਂ ਕੱਢੀਆਂ ਨੇ। ਹੁਣ ਇਹਦੀ ਮੌਤ ਆਈ ਸਾਧ ਸੰਗਤ ਜੀ, ਇਹਨੇ ਸੁਲਭੀ ਖਾਨ ਨੇ ਗੁੱਸੇ ਦੇ ਵਿੱਚ ਆਣ ਕੇ ਅੱਖਾਂ ਕੱਢੀਆਂ ਨੇ। ਕਹਿੰਦਾ ਮੈਂ ਆਪਣੇ ਰਾਹ ਜਾ ਰਿਹਾ, ਮੇਰਾ ਰਸਤਾ ਨਾ ਰੋਕੋ, ਮੈਨੂੰ ਜਾਣ ਦਿਓ। ਜਹੋ ਬਕਾਰੋ ਸਾ ਡਿਗ ਨਹਿ ਤਨ ਮਮ ਪਾਹੋ। ਤੇ ਜਾਓ ਪਕਾਰੂ ਸ਼ਾਹੋ ਢਿੱਗ, ਕਹਿੰਦੇ ਜਾ ਕੇ ਸ਼ਾਹ ਬਾਦਸ਼ਾਹ ਦੇ ਕੋਲ ਜਾ ਕੇ ਪਕਾਰ ਕਰੋ, ਬਾਦਸ਼ਾਹ ਨੂੰ ਜਾ ਕੇ ਆਖੋ, ਕਹਿੰਦੇ ਮੇਰੇ ਕੋਲ ਕੋਈ ਪੈਸਾ ਨਹੀਂ ਤੁਹਾਨੂੰ ਦੇਣ ਵਾਸਤੇ, ਮੇਰੇ ਕੋਲ ਕੋਈ ਵੀ ਦੌਲਤ ਧਨ ਨਹੀਂ ਹੈ। ਜੇ ਤੁਸੀਂ ਜਾਓ ਜਾ ਸਕਦੇ ਜੇ ਤੇ ਬਾਦਸ਼ਾਹ ਦੇ ਕੋਲ ਜਾ ਕੇ ਪਕਾਰ ਕਰੋ। ਸੁਨ ਸੈਯਦ ਬੋਲਿਓ ਤਬੇ ਮਗ ਦੇਹ ਨਾ ਜਾਣਾ। ਤੇ ਸੈਯਦ ਫਿਰ ਸੁਣ ਕੇ ਅੱਗੋਂ ਬੋਲਿਆ ਕਿ ਇਹ ਤੇ ਗੁੱਸੇ ਦੇ ਵਿੱਚ ਅੱਖਾਂ ਕੱਢ ਰਿਹਾ। ਸੈਯਦ ਨੇ ਕਹਿਣਾ ਕੀਤਾ ਮਗ ਦੇਹ ਨਾ ਜਾਣਾ, ਕਹਿੰਦੇ ਤੈਨੂੰ ਅਸੀਂ ਇਸ ਰਸਤੇ ਤੋਂ ਜਾਣ ਨਹੀਂ ਦੇਵਾਂਗੇ। ਕਹਿੰਦੇ ਪੈਸੇ ਦੇ ਇੱਥੇ ਦੇਣੇ ਬਣਦੇ ਨੇ, ਪੈਸੇ ਦੇ, ਇਹਨਾਂ ਦੇ ਜਿਹੜੇ ਬਣ ਰਹੇ ਨੇ ਤਨਖਾਹਾਂ ਬਣਦੀਆਂ ਨੇ, ਤੇ ਤੁਸੀਂ ਇਹਨਾਂ ਦੀਆਂ ਤਨਖਾਹਾਂ ਮਾਰ ਰਹੇ ਜੇ, ਇਹਨਾਂ ਨੂੰ ਤਨਖਾਹਾਂ ਦੇਣੀਆਂ ਬਣਦੀਆਂ ਹਨ। ਲੇਹ ਨੌਕਰੀ ਥਾਨ ਇਸ ਕਿਮ ਕਰੇ ਪਿਆਨਾ। ਕਹਿੰਦੇ ਲੇਹ ਨੌਕਰੀ ਥਾਨ ਇਸ, ਕਹਿੰਦੇ ਇੱਥੇ ਜਿਹੜੀ ਨੌਕਰੀ ਦੀ ਜਿਹੜੀ ਤਨਖਾਹ ਆ ਨਾ, ਪੈਸੇ ਆ, ਇਸੇ ਥਾਂ ਤੇ ਲਵਾਂਗੇ। ਕਹਿੰਦੇ ਤੂੰ ਕਿਵੇਂ ਜਾ ਸਕਦਾ ਆ ਸਾਨੂੰ ਛੱਡ ਕੇ, ਪੈਸੇ ਦਿੱਤੇ ਤੋਂ ਬਿਨਾ ਤੂੰ ਕਿਵੇਂ ਜਾ ਸਕਦਾ ਹੈ। ਸੁਲਭੀ ਕਹੇ ਨਿਜ ਸੈਨ ਕੋ ਇਨ ਮਾਰ ਹਟਾਓ। ਤੇ ਸੁਲਭੀ ਨੇ ਆਪਣੇ ਸਿਪਾਹੀਆਂ ਨੂੰ ਆਖਿਆ ਕਿ ਇਹ ਹਟਦੇ ਨਹੀਂ ਹੈ, ਇਹਨਾਂ ਨੂੰ ਮਾਰ ਕੇ ਪਿਛਾਂ ਕਰੋ, ਇਹਨਾਂ ਨੂੰ ਖਤਮ ਕਰ ਦਿਓ। ਜੇ ਸਾਡਾ ਰਸਤਾ ਨਹੀਂ ਛੱਡਦੇ ਤੇ ਆਪਣੇ ਸਿਪਾਹੀਆਂ ਨੂੰ ਸੁਲਭੀ ਖਾਨ ਨੇ ਹੁਕਮ ਦਿੱਤਾ ਹੈ। ਦੇਹ ਦਰਬ ਐਸੇ ਅਬੇ ਬੈਠਿਓ ਪਛਤਾਓ। ਕਹਿੰਦੇ ਹੁਣੇ ਹੀ ਇਹਨਾਂ ਨੂੰ ਧਨ ਦੇ ਦਿਓ, ਜੇ ਟਲਦੇ ਨਹੀਂ ਹੈ ਤੇ ਆਪੇ ਬੈਠ ਕੇ ਬਾਅਦ ਵਿੱਚ ਪਛਤਾਉਣਾ ਕਰਨਗੇ ਕਿ ਅਸੀਂ ਇਹਨੂੰ ਲੰਘਣ ਦਿੰਦੇ ਤੇ ਚੰਗਾ ਸੀ, ਇਹਨਾਂ ਨੂੰ ਮਾਰਨਾ ਕਰੋ। ਸੈਯਦ ਕਹੇ ਪਟ ਸਭ ਸੁਨੋ ਚਾਕਰ ਸਮਸਾਰੇ। ਤੇ ਉਸ ਵਕਤ ਸੈਯਦ ਨੇ ਕਹਿਣਾ ਕੀਤਾ ਭੱਟ, ਕਹਿੰਦੇ ਸੂਰਮਿਆਂ ਨੂੰ ਸਭ ਸੁਣੋ, ਕਹਿੰਦੇ ਚਾਕਰ ਸਮ ਸਾਰੇ, ਕਹਿੰਦੇ ਅਸੀਂ ਸਾਰੇ ਹੀ ਨੌਕਰਾਂ ਦੇ ਬਰਾਬਰ ਹਾਂ, ਅਸੀਂ ਸਾਰੇ ਇਕੱਠੇ ਹਾਂ। ਸਾਰਿਆਂ ਨੂੰ ਕਹਿਣਾ ਕੀਤਾ ਹੈ ਤੁਮ ਵੀ ਲੈਤੇ ਦਰਬ ਕੋ ਤਿਮ ਲਿਖੋ ਹਮਾਰੇ। ਕਹਿੰਦੇ ਜਿਵੇਂ ਤੁਸੀਂ ਵੀ ਸੂਰਮਿਆਂ ਨੂੰ ਆਖਿਆ, ਜਿਵੇਂ ਤੁਸੀਂ ਵੀ ਤਨਖਾਹਾਂ ਲੈਂਦੇ ਜੇ ਨਾ, ਇਵੇਂ ਅਸੀਂ ਤਨਖਾਹਾਂ ਲੈਂਦੇ ਹਾਂ। ਤੁਸੀਂ ਵੀ ਨੌਕਰੀਆਂ ਕਰਦੇ ਜੇ ਤੇ ਇੱਧਰ ਅਸੀਂ ਵੀ ਨੌਕਰੀਆਂ ਕਰਦੇ ਹਾਂ। ਇਸ ਪ੍ਰਕਾਰ ਸੈਯਦ ਨੇ ਸੁਲਭੀ ਖਾਂ ਦੀ ਫੌਜ ਨੂੰ ਸਮਝਾਉਣਾ ਕੀਤਾ ਹੈ। ਅਪਰ ਜੰਗ ਕੋ ਕਾਜ ਨਹਿ ਨਾਹਕ ਮਰ ਮਾਰੋ। ਕਹਿੰਦੇ ਐਵੇਂ ਜੰਗ ਕਰਨ ਦਾ ਕੋਈ ਫਾਇਦਾ ਨਹੀਂ, ਲੜਨ ਦਾ ਕੋਈ ਫਾਇਦਾ ਨਹੀਂ, ਐਵੇਂ ਨਿਹੱਕੇ ਹੀ ਮਾਰੇ ਜਾਓਗੇ, ਬਿਨਾਂ ਗੱਲ ਤੋਂ ਤੁਸੀਂ ਮਾਰੇ ਜਾਓਗੇ। ਰਹੋ ਥਾਨ ਤਿਤ ਆਪਣੇ ਉਰ ਭਲੇ ਵਿਚਾਰੋ। ਤੇ ਕਹਿਣ ਲੱਗਾ ਸੈਯਦ, ਕਹਿੰਦੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਕੇ ਆਪੋ ਆਪਣੇ ਥਾਂ ਤੇ ਟਿਕੇ ਰਹੋ, ਐਵੇਂ ਜ਼ਿਆਦਾ ਤੁਸੀਂ ਅੱਗੇ ਨਾ ਆਓ, ਐਵੇਂ ਮਾਰੇ ਜਾਓਗੇ। ਕਿ ਤੁਸੀਂ ਹੁਣ ਇੱਥੇ ਭਾਵ ਕਿ ਤੁਸੀਂ ਵੀ ਨੌਕਰ ਜੇ ਤੇ ਅਸੀਂ ਵੀ ਨੌਕਰੀ ਕਰ ਰਹੇ ਹਾਂ, ਇਸ ਪ੍ਰਕਾਰ ਤੁਸੀਂ ਐਵੇਂ ਨਿਹੱਕੇ ਨਾ ਮਾਰੇ ਜਾਇਓ। ਹਾਂਜੀ ਪੜ੍ਹੋ ਜੀ। ਤਬ ਸੈਯਦ ਨੇ ਤੁਰੰਤ ਹੀ ਜਮਦਰ ਉਰ ਮਾਰੀ। ਤੇ ਉਸ ਵਕਤ ਸਾਧ ਸੰਗਤ ਜੀ ਧਿਆਨ ਨਾਲ ਪੜ੍ਹੋ ਜੀ ਜਿਹੜੀ ਪੰਕਤੀ ਹੈ। ਲਰੇ ਨਾ ਹਮ ਸੁਲਭੀ ਸੁਨਤ ਮੁਖ ਗਾਰ ਨਕਾਰੀ। ਤੇ ਇਸ ਪ੍ਰਕਾਰ ਸਾਧ ਸੰਗਤ ਜੀ ਜਦੋਂ ਸੈਯਦ ਨੇ ਕਹਿਣਾ ਕੀਤਾ ਨਾ ਕਿ ਲੜਨ ਦੇ ਵਿੱਚ ਕੋਈ ਫਾਇਦਾ ਨਹੀਂ, ਫੌਜਾਂ ਨੂੰ ਆਖਿਆ ਕਿ ਐਵੇਂ ਨਿਹੱਕੇ ਮਾਰੇ ਨਾ ਜਾਇਓ, ਤੇ ਸੁਣ ਕਰਕੇ ਜਿਹੜਾ ਸੁਲਭੀ ਖਾਂ ਆ ਉਹਨੇ ਗੁੱਸੇ ਦੇ ਵਿੱਚ ਆਣ ਕੇ ਗਾਲ ਕੱਢ ਦਿੱਤੀ ਹੈ, ਬਹੁਤ ਮੰਦਾ ਬੋਲਿਆ ਹੈ। ਤਬ ਸੈਯਦ ਨੇ ਤੁਰੰਤ ਹੀ ਜਮਦਰ ਉਰ ਮਾਰੀ। ਤੇ ਸਾਧ ਸੰਗਤ ਜੀ ਜਿੰਨੇ ਚਿਰ ਦੇ ਵਿੱਚ ਸੁਲਭੀ ਖਾਂ ਨੇ ਗਾਲ ਕੱਢੀ ਹੈ ਨਾ, ਤੇ ਜਿਹੜਾ ਸੈਯਦ ਹੈ ਉਹਨੇ ਅੱਗੋਂ ਗਾਲ ਨਹੀਂ ਕੱਢੀ, ਉਹਨੇ ਅੱਗੋਂ ਮੰਦਾ ਨਹੀਂ ਬੋਲਿਆ, ਪਰ ਉਹਨੇ ਸਮੇਂ ਦੇ ਵਿੱਚ ਹੀ ਕਿਰਪਾਨ ਕੱਢ ਕੇ ਮਿਆਨ ਦੇ ਵਿੱਚੋਂ ਤੇ ਸਾਧ ਸੰਗਤ ਜੀ ਸੁਲਭੀ ਖਾਂ ਦੇ ਉੱਤੇ ਵਾਰ ਕਰ ਦਿੱਤਾ ਹੈ। ਉਧਰ ਪਾਰ ਹੈ ਪਾਰ ਵੀ ਹਾਨੇ ਖਲ ਪ੍ਰਾਣਾ। ਤੇ ਜਦੋਂ ਕਿਰਪਾਨ ਦਾ ਵਾਰ ਕੀਤਾ ਤੇ ਸੈਯਦ ਦੀ ਕਿਰਪਾਨ ਚੀਰਦੀ ਹੋਈ ਪੇਟ ਨੂੰ ਅੰਦਰਾਂ ਨੂੰ ਉਹ ਲੰਘ ਗਈ ਹੈ। ਗਿਰਿਓ ਉਥਲ ਕੇ ਪ੍ਰਿਥਵੀ ਪਰ ਚਿਤ ਦੁਸ਼ਟ ਮਹਾਨਾ। ਤੇ ਸਾਧ ਸੰਗਤ ਜੀ ਇੱਕਦਮ ਹੀ ਸੁਲਭੀ ਖਾਂ ਦੇ ਪ੍ਰਾਣ ਜਿਹੜੇ ਨਿਕਲ ਗਏ ਨੇ, ਜਦੋਂ ਕਿਰਪਾਨ ਵੱਜੀ ਹੈ ਆਂਦਰਾਂ ਸਾਰੀਆਂ ਬਾਹਰ ਆ ਗਈਆਂ ਨੇ, ਤੇ ਸੁਲਭੀ ਖਾਨ ਬੜੇ ਜ਼ੋਰ ਦੇ ਨਾਲ ਧਰਤੀ ਤੇ ਡਿੱਗਾ ਹੈ। ਲੀਨੇ ਸਭ ਅਸਬਾਹ ਕੋ
ਹੋਏ ਭੁੱਖਣ ਸਾਰੇ। ਤੇ ਫਿਰ ਸ਼ਹੀਦ ਅਤੇ ਸਾਧ ਸੰਗਤ ਜੀ ਜਿਹੜੇ ਹੋਰ ਸੂਰਮੇ ਨੇ ਨਾਲ, ਜਿਨ੍ਹਾਂ ਦੀਆਂ ਤਨਖਾਹਾਂ ਰਹਿੰਦੀਆਂ ਸੀ, ਉਹਨਾਂ ਨੇ ਸਾਰਾ ਜਿਹੜਾ ਧਨ ਸੀ ਇਹਨਾਂ ਕੋਲੋਂ ਲੈ ਲਿਆ ਹੈ। ਹੋਰ ਜਿਹੜਾ ਸੋਨਾ ਸੀ, ਚਾਂਦੀ ਸੀ, ਉਹ ਵੀ ਲੈ ਲਿਆ। ਜਿਹੜੇ ਘੋੜੇ ਸੀ ਉਹ ਵੀ ਇਹਨਾਂ ਦੇ ਖੋਹ ਲਏ ਹਨ। ਚੰਮੂ ਹਟੀਲਾਪੁਰੀ ਕੋ ਮਾਰਿਓ ਸਰਦਾਰੇ। ਤੇ ਸਾਧ ਸੰਗਤ ਦੀ ਜਿਹੜੀ ਫੌਜ ਹੈ ਇਹ ਜਰਨੈਲ ਦੇ ਨਾਲ ਹੁੰਦੀ ਹੈ, ਤੇ ਜਦੋਂ ਜਰਨੈਲ ਮਾਰਿਆ ਜਾਵੇ ਤੇ ਫਿਰ ਫੌਜ ਕਿਸੇ ਕੰਮ ਦੀ ਨਹੀਂ ਹੁੰਦੀ। ਜਦੋਂ ਸੁਲਭੀ ਖਾਨ ਮਾਰਿਆ ਗਿਆ ਤੇ ਜਿਹੜੀ ਇਹਦੀ ਫੌਜ ਸੀ ਨਾ, ਉਹ ਸਾਰੀ ਵਾਪਸ ਮੁੜ ਗਈ ਹੈ, ਲਾਹੌਰ ਨੂੰ ਮੁੜ ਗਈ ਹੈ, ਕਿ ਜਦੋਂ ਉਹਨਾਂ ਦਾ ਸਰਦਾਰ ਮਰ ਗਿਆ ਹੈ। ਉਤ ਚੰਦੂ ਚਿਤਵਤ ਰਹਿਤ ਹੱਥ ਕਰ ਗੁਰੂ ਆਵੇ। ਤੇ ਉਧਰ ਚੰਦੂ ਜਿਹੜਾ ਬੜੀ ਖੁਸ਼ੀ ਦੇ ਵਿੱਚ ਸੋਚ ਰਿਹਾ ਵਾ ਕਿ ਮੈਂ ਸੁਲਭੀ ਖਾਨ ਨੂੰ ਭੇਜਿਆ ਵਾ ਤੇ ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇਹਨੇ ਮਾਰ ਦਿੱਤਾ ਹੋਣਾ ਹੈ। ਪਲਟਾ ਹੈ ਬੋ ਦਿਓਸ ਕੋ ਤਿਸ ਕੋ ਅਬ ਪਾਵੇ। ਚੰਦੂ ਸੋਚ ਰਿਹਾ ਕਿ ਕਹਿੰਦਾ ਬੜੇ ਦਿਨਾਂ ਦਾ ਮੈਂ ਬਦਲਾ ਲੈਣ ਦੀ ਸੋਚ ਰਿਹਾ ਸੀ, ਕਹਿੰਦਾ ਹੁਣ ਜਿਹੜਾ ਸਮਾਂ ਆ ਗਿਆ ਵਾ ਤੇ ਹੁਣ ਸੁਲਭੀ ਖਾਨ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਮਾਰ ਦੇਣਾ ਹੈ। ਤਬ ਲੋ ਸੰਗੀ ਆਏ ਕੇ ਸੁਧ ਸਕਲ ਪਸਨਾਏ। ਇੰਨੀਆਂ ਗੱਲਾਂ ਅਜੇ ਸੋਚ ਰਿਹਾ ਸੀ ਚੰਦੂ, ਪਰ ਆਣ ਕਰਕੇ ਦੇ ਸੰਗੀਆਂ ਨੇ, ਸਿਪਾਹੀਆਂ ਨੇ ਆਣ ਕੇ ਜਿਹੜੀ ਸਾਰੀ ਖਬਰ ਹੈ ਨਾ ਸੁਲਭੀ ਖਾਨ ਦੀ, ਉਹ ਆਣ ਕੇ ਚੰਦੂ ਨੂੰ ਦੱਸਣਾ ਕੀਤੀ ਹੈ। ਸਾਇਦ ਕੇ ਸੰਗ ਜਿੱਦ ਪਰਿਓ ਮੁਖ ਗਾਰ ਸੁਨਾਈ। ਕਹਿਣ ਲੱਗਾ ਕਿ ਜਿਹੜਾ ਸੁਲਭੀ ਖਾਨ ਸੀ ਨਾ, ਉਹ ਰਸਤੇ ਦੇ ਵਿੱਚ ਸ਼ਹੀਦ ਦੇ ਨਾਲ ਜਿੱਦ ਪਿਆ ਸੀ। ਬਹੁਤ ਇਹਨਾਂ ਦੀ ਗੱਲਾਂ ਬਾਤਾਂ ਹੋਣ ਲੱਗ ਪਈਆਂ ਸੀ, ਤੇ ਜਿਹਦੇ ਵਿੱਚ ਸੁਲਭੀ ਖਾਨ ਨੇ ਆਪਣੇ ਮੂੰਹ ਤੋਂ ਗਾਲ ਕੱਢ ਦਿੱਤੀ ਸੀ। ਸੁਲਹੀ ਆਗੇ ਨੌਕਰੀ ਕੀ ਨੀਤਨ ਚਾਚੇ। ਤੇ ਸੁਲਹੀ ਦੇ ਅੱਗੇ ਜਿਹੜੇ ਨੌਕਰੀ ਕਰਦੇ ਸੀ ਤੇ ਉਹਨਾਂ ਦੀ ਜਿਹੜੀ ਤਨਖਾਹ ਸੀ, ਜਿਹੜੇ ਪੈਸੇ ਬਣਦੇ ਸੀ, ਉਹਦੀ ਮੰਗ ਸੁਲਭੀ ਖਾਨ ਦੇ ਅੱਗੇ ਰੱਖੀ ਸੀ। ਝਗੜ ਪਰੇ ਆਪਸ ਵਿਖੇ ਦੋਨੋਂ ਰਿਸ਼ਤਾਚੇ। ਤੇ ਦੋਵੇਂ ਜਿਹੜੇ ਨਾ ਝਗੜ ਪਏ ਨੇ ਆਪਸ ਦੇ ਵਿੱਚ, ਬੜੇ ਗੁੱਸੇ ਦੇ ਵਿੱਚ ਆ ਗਏ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਇਹਨਾਂ ਦਾ ਝਗੜਾ ਹੋ ਗਿਆ ਸੀ। ਜਮਦਰ ਮਾਰੀ ਮਰ ਗਿਓ ਹਮ ਹਟ ਕਰ ਆਏ। ਤੇ ਇਸ ਪ੍ਰਕਾਰ ਕਹਿੰਦੇ ਸ਼ਹੀਦ ਨੇ ਕੱਢ ਕੇ ਕਿਰਪਾਨ ਤੇ ਸੁਲਭੀ ਖਾਨ ਦੇ ਪੇਟ ਦੇ ਵਿੱਚ, ਹਿਰਦੇ ਵਿੱਚ ਧੱਸ ਦਿੱਤੀ ਹੈ, ਤੇ ਸੁਲਭੀ ਖਾਨ ਦੀ ਨਾਲ ਹੀ ਮੌਤ ਹੋ ਗਈ, ਤੇ ਅਸੀਂ ਸਾਰੇ ਵਾਪਸ ਮੁੜ ਆਏ ਹਾਂ। ਸੁਨ ਚੰਦੂ ਬਖਸ਼ਿਓ ਦੇ ਪਲ ਮਾਰਨ ਤਾਏ। ਤੇ ਸਾਧ ਸੰਗਤ ਜੀ ਜਦੋਂ ਚੰਦੂ ਨੇ ਗੱਲਾਂ ਸੁਣੀਆਂ ਨੇ ਨਾ, ਤੇ ਬੜਾ ਮਨ ਦੇ ਵਿੱਚ ਹੈਰਾਨ ਹੋਇਆ ਹੈ, ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਮੈਂ ਤੇ ਮਾਰਨ ਦੇ ਲਈ ਘੱਲਿਆ ਸੀ, ਪਰ ਇਹ ਜਿਹੜਾ ਸੁਲਭੀ ਖਾਨ ਇਹ ਤੇ ਖੁਦ ਮਾਰਿਆ ਗਿਆ ਹੈ। ਕਹਿੰਦੇ ਮਾਰਨ ਦੇ ਲਈ ਘੱਲਿਆ ਸੀ, ਇਹਦੀ ਤੇ ਮੌਤ ਹੋ ਗਈ। ਇਸੇ ਤਰ੍ਹਾਂ ਸੁਲਭੀ ਖਾਨ ਦੀ ਮੌਤ ਹੋਈ ਸੀ, ਮਾਰਨ ਗਿਆ ਸੀ ਤੇ ਆਪ ਮਰ ਗਿਆ। ਹੁਣ ਉਹਦਾ ਭਤੀਜਾ ਮਾਰਨ ਗਿਆ ਗੁਰੂ ਅਰਜਨ ਦੇਵ ਜੀ ਨੂੰ, ਤੇ ਆਪ ਉਸ ਦੀ ਮੌਤ ਹੋਈ ਹੈ। ਕੇਤਕ ਦਿਨ ਮੈਂ ਰਹੋ ਸਾਹੋ ਲਿਖ ਚੰਦੂ ਸੰਗ ਬੂਝਾ। ਤੇ ਸਾਧ ਸੰਗਤ ਜੀ ਥੋੜੇ ਦਿਨ ਲੰਘੇ ਨੇ ਤੇ ਬਾਦਸ਼ਾਹ ਨੇ ਚਿੱਠੀ ਘੱਲੀ ਹੈ ਚੰਦੂ ਨੂੰ, ਤੇ ਪੁੱਛਣਾ ਕੀਤਾ ਹੈ। ਅਬ ਲੋ ਸੁਲਭੀ ਕਿਤ ਰਹਿਓ ਕਿਸ ਕਾਜ ਅਜੂਰਾ। ਤੇ ਬਾਦਸ਼ਾਹ ਨੇ ਪੁੱਛਿਆ ਚੰਦੂ ਨੂੰ ਕਿ ਸੁਲਭੀ ਖਾਨ ਨੂੰ ਭੇਜਿਆ ਸੀ, ਕਹਿੰਦੇ ਕਿੱਥੇ ਰਹਿ ਗਿਆ ਵਾ, ਕਿਹੜੇ ਕੰਮ ਦੇ ਵਿੱਚ ਇੰਨਾ ਮਸਤ ਹੋ ਗਿਆ ਕਿ ਉਹਦਾ ਕੋਈ ਸੁਨੇਹਾ ਨਹੀਂ ਆਇਆ, ਕੋਈ ਖਬਰ ਨਹੀਂ ਮਿਲੀ। ਤੇ ਸਾਧ ਸੰਗਤ ਜੀ ਜਿਹੜਾ ਜਹਾਂਗੀਰ ਬਾਦਸ਼ਾਹ ਹੈ ਨਾ, ਇਹ ਵੀ ਉਤੋਂ ਇਹ ਸਮਝਦਾ ਆ ਕਿ ਮੈਂ ਲੋਕਾਂ ਦੇ ਸਾਹਮਣੇ ਨਾ ਆਵਾਂ। ਇਹ ਪਰ ਬਾਦਸ਼ਾਹ ਜਹਾਂਗੀਰ ਵੀ ਚਾਹੁੰਦਾ ਹੈ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਨੂੰ ਬੰਦ ਕੀਤਾ ਜਾਵੇ। ਇਹ ਅੱਗੇ ਜਾ ਕੇ ਸਾਰੀ ਜਿਹੜੀ ਕਥਾ ਖੁੱਲੇਗੀ। ਇਸ ਪ੍ਰਕਾਰ ਬਾਦਸ਼ਾਹ ਨੇ ਪੁੱਛਿਆ ਕਿ ਜਿਹੜਾ ਸੁਲਭੀ ਖਾਨ ਦੀ ਕੋਈ ਖਬਰ ਆਈ ਨਹੀਂ ਹੈ। 2-3 ਦਿਨ ਮੈਂ ਆਵਨੋ ਚਾਹਤ ਤਿਸ ਕੇਰੇ। ਇਸ ਸੁਲਭੀ ਖਾਨ ਨੂੰ ਤੇ ਚਾਹੀਦਾ ਸੀ ਕਿ 2-3 ਦਿਨ ਤੱਕ ਆ ਜਾਂਦਾ ਵਾਪਸ ਉੱਥੋਂ ਹੋ ਕੇ, ਤੇ ਪਰ ਇਹਦੀ ਕੋਈ ਵੀ ਜਿਹੜੀ ਖਬਰ ਨਹੀਂ ਮਿਲੀ। ਇਹਨੂੰ ਤੇ ਚਾਹੀਦਾ ਸੀ 2-3 ਦਿਨ ਤੱਕ ਹੀ ਵਾਪਸ ਆ ਜਾਂਦਾ। ਕਬੂ ਸੁਧ ਆਈ ਕੇ ਨਹੀਂ ਸੋ ਪਿਸੇ ਤੇਰੋ। ਤੇ ਚੰਦੂ ਨੂੰ ਪੁੱਛਿਆ ਕਿ ਚੰਦੂ ਦੀਵਾਨ ਤੇਰੇ ਕੋਲ ਕੋਈ ਖਬਰ ਪਹੁੰਚੀ ਉਸ ਦੀ, ਤੂੰ ਸਾਨੂੰ ਦੱਸਣਾ ਕਰ। ਸੁਨ ਚੰਦੂ ਕਹੇ ਸਾਊ ਜੀ ਸਾਇਦ ਸੋ ਮਾਰਾ। ਤੇ ਹੁਣ ਚੰਦੂ ਨੇ ਬੜੇ ਦੁਖੀ ਹੋ ਕੇ ਸੁਨੇਹਾ ਅੱਗੋਂ ਦਿੱਤਾ ਕਿ ਬਾਦਸ਼ਾਹ ਜੀ, ਜਿਸ ਸੁਲਭੀ ਖਾਨ ਨੂੰ ਭੇਜਿਆ ਸੀ ਨਾ, ਉਸ ਨੂੰ ਤੇ ਰਸਤੇ ਦੇ ਵਿੱਚ ਹੀ ਸ਼ਹੀਦ ਨੇ ਮਾਰ ਦਿੱਤਾ ਹੈ। ਝਗੜ ਪਰੇ ਹਿਤ ਨੌਕਰੀ ਵੱਡ ਗਜਬ ਗੁਜ਼ਾਰਾ। ਤੇ ਇਸ ਪ੍ਰਕਾਰ ਕਹਿੰਦੇ ਨੌਕਰੀ ਦੇ ਲਈ, ਤਨਖਾਹਾਂ ਦੇ ਲਈ ਜਿਹੜੇ ਆਪਸ ਦੇ ਵਿੱਚ ਇਹਨਾਂ ਦਾ ਝਗੜਾ ਹੋ ਗਿਆ ਸੀ, ਤੇ ਬਹੁਤ ਜ਼ਿਆਦਾ ਇਸ ਪ੍ਰਕਾਰ ਭਿਆਨਕ ਮੌਤੇ ਮਰਿਆ ਵਾ। ਉਹਨਾਂ ਦਾ ਜਿਹੜਾ ਗੁਜ਼ਾਰਾ ਜਿਹੜਾ ਬੜਾ ਮੁਸ਼ਕਲ ਹੁੰਦਾ ਸੀ।
ਤੇ ਨੌਕਰੀ ਦੇ ਲਈ, ਤਨਖਾਹਾਂ ਦੇ ਲਈ, ਪੈਸੇ ਦੇ ਲੈਣ ਦੇਣ ਤੋਂ ਝਗੜਾ ਹੋਇਆ ਹੈ। ਜਹਾਂਗੀਰ ਚਿਤ ਵਿਓ ਤਬੇ ਗੁਰ ਪੀਰਾ ਮਹਾਨਾ। ਤੇ ਜਦੋਂ ਸਾਧ ਸੰਗਤ ਜੀ ਇਹ ਗੱਲ ਸੁਣੀ ਹੈ ਨਾ, ਬੜ ਗਜਬ ਗੁਜ਼ਾਰਾ, ਕਹਿੰਦੇ ਬੜੇ ਗਜਬ ਦੀ ਗੱਲ ਹੋਈ ਹੈ। ਇਹ ਬਾਦਸ਼ਾਹ ਕਹਿੰਦਾ ਕਿ ਗੁਰੂ ਅਰਜਨ ਦੇਵ ਜੀ ਵੱਡੇ ਪੀਰ ਨੇ। ਆਪਣੇ ਮਨ ਵਿੱਚ ਸੋਚਦਾ ਹੈ ਕਿ ਜੋ ਇਹ ਸੁਲਭੀ ਖਾਂ ਰਸਤੇ ਦੇ ਵਿੱਚ ਮਾਰਿਆ ਗਿਆ ਹੈ, ਕਿਮ ਤਸਕਰ ਸੋ ਰਾਖਤੇ ਇਨ ਝੂਠ ਬਖਾਨਾ। ਤੇ ਇਹ ਜਿਹੜਾ ਇਹਨਾਂ ਨੇ ਸਾਰਾ ਕੁਝ ਝੂਠ ਆਖਿਆ ਹੋਵੇਗਾ ਕਿ ਆਪਣੇ ਕੋਲ ਚੋਰ ਰੱਖਦੇ ਨੇ, ਧਾੜ ਵੀ ਰੱਖਦੇ ਨੇ, ਲੁੱਟਾਂ ਖੋਹਾਂ ਕਰਾਉਂਦੇ ਨੇ, ਕਹਿੰਦੇ ਬਿਲਕੁਲ ਇਹਨਾਂ ਨੇ ਝੂਠ ਇਹ ਸਾਰਾ ਕੁਝ ਮੈਨੂੰ ਦੱਸਿਆ ਹੈ। ਕਹਿਓ ਪਨੇ ਬਿਨ ਦੋਸ਼ ਪਰ ਤੁਮ ਦੋਸ਼ ਬਖਾਨਾ। ਇਸ ਪ੍ਰਕਾਰ ਕਹਿੰਦੇ ਬਿਨ ਦੋਸ਼ ਪਰ, ਕਹਿੰਦੇ ਬਿਨਾਂ ਹੀ ਦੋਸ਼ ਤੋਂ ਇਹ ਜਿਹੜੇ ਦੋਸ਼ ਲਾ ਰਹੇ ਨੇ, ਬਹੁਤ ਜ਼ਿਆਦਾ ਇਹ ਦੋਸ਼ ਲਾਉਂਦੇ ਹਨ। ਕਿਮ ਪਹੁੰਚੇ ਅਧ ਵਿੱਚ ਹੀ ਮੂਰਖ ਅੰਤ ਪ੍ਰਾਣ। ਤੇ ਕਿਵੇਂ ਜਿਹੜਾ ਬੜਾ ਵੱਡਾ ਇਹ ਮੂਰਖ ਸੁਲਭੀ ਖਾਨ ਕਹਿੰਦੇ ਰਸਤੇ ਦੇ ਵਿੱਚ ਹੀ, ਅੱਧ ਵਿੱਚ ਹੀ ਪਹੁੰਚ ਕਰਕੇ ਮਾਰਿਆ ਗਿਆ ਹੈ। ਮੁਝ ਮਨ ਮੈਂ ਇਮ ਸਮਝ ਪਈ ਕਹੇ ਤੁਸਨ ਹੋਇਓ। ਕਹਿਣ ਲੱਗਾ ਕਿ ਮੇਰੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਸਮਝ ਦੇ ਵਿੱਚ ਆ ਰਿਹਾ ਕਿ ਜੋ ਇਹ ਦੋਸ਼ ਲਾ ਰਹੇ ਨੇ, ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਜਿਹੜਾ ਬਾਦਸ਼ਾਹ ਇਹ ਚੁੱਪ ਹੋ ਗਿਆ ਹੈ। ਰੱਖ ਲਖ ਕੇ ਪਾਤਸ਼ਾਹ ਕੋ ਚੰਦੂ ਦੁਖ ਪਾਇਓ। ਤੇ ਜਦੋਂ ਹੁਣ ਬਾਦਸ਼ਾਹ ਦਾ ਰੁਖ ਵੇਖਿਆ ਨਾ, ਤੇ ਚੰਦੂ ਜਿਹੜਾ ਆਪਣੇ ਮਨ ਦੇ ਵਿੱਚ ਹੋਰ ਦੁਖੀ ਹੋਇਆ ਏ, ਉਹਦੇ ਮਨ ਦੇ ਵਿੱਚ ਹੋਰ ਚਿੰਤਾ ਲੱਗੀ ਹੈ। ਉਠ ਆਇਓ ਨਿਜ ਸਦਨ ਕੋ ਉਰ ਚੂਰੇ ਪੂਰਾ। ਤੇ ਸਾਧ ਸੰਗਤ ਜੀ ਚੰਦੂ ਬੜਾ ਦੁਖੀ ਹੁੰਦਾ ਹੋਇਆ ਉੱਠ ਕੇ ਆਪਣੇ ਘਰ ਦੇ ਵਿੱਚ ਆ ਗਿਆ। ਤੇ ਸਾਧ ਸੰਗਤ ਜੀ ਬੜਾ ਦੁਖੀ ਹੈ, ਲਾਹੌਰ ਦੇ ਵਿੱਚ ਹੀ ਬੈਠਾ ਹੈ ਤੇ ਬਹੁਤ ਜ਼ਿਆਦਾ ਦੁਖੀ ਹੋਇਆ ਹੈ। ਉਤੋ ਯਤਨ ਕਰ ਕੂਰ ਕੇ ਨਹਿ ਉਤਰਿਓ ਪੂਰਾ। ਕਹਿਣ ਲੱਗਾ ਕਿ ਅਸੀਂ ਬੜੀਆਂ ਝੂਠੀਆਂ ਚਾਲਾਂ ਚੱਲੀਆਂ ਸੀ, ਝੂਠੀਆਂ ਬਣਾ ਕਰਕੇ ਬੜੇ ਦਾ ਪੇਚ ਬਣਾਏ ਸੀ, ਪਰ ਸਾਡਾ ਜਿਹੜਾ ਕੰਮ ਹੈ ਨਾ ਕੋਈ ਵੀ ਪੂਰਾ ਉਤਰਿਆ ਨਹੀਂ ਹੈ। ਤਾਤੀ ਵਾਉ ਨਹਿ ਲੱਗੀ ਨਹਿ ਪਾਇਓ ਤਰਾਸਾ। ਤੇ ਉਹਨਾਂ ਨੂੰ ਤੇ ਤੱਤੀ ਵਾਹ ਨਹੀਂ ਲੱਗੀ। ਪਹਿਲਾਂ ਸੁਲੀ ਖਾਂ ਗਿਆ, ਉਦੋਂ ਵੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਵਾਹ ਨਹੀਂ ਲੱਗੀ। ਹੁਣ ਸੁਲਭੀ ਖਾਂ ਗਿਆ, ਉਹਦਾ ਭਤੀਜਾ ਗਿਆ, ਤਾਂ ਵੀ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗੀ, ਤੇ ਨਾ ਹੀ ਉਹ ਸਾਡਾ ਕੋਈ ਡਰ ਮੰਨਦੇ ਹਨ। ਮੂਰਖ ਸੰਕਟ ਕੇ ਸਹਿਤ ਪਰ ਦੀਰਘ ਸਵਾਸਾ। ਇਸ ਤਰ੍ਹਾਂ ਸਾਧ ਸੰਗਤ ਜੀ ਜਿਹੜਾ ਮੂਰਖ ਹੈ ਨਾ ਚੰਦੂ, ਮੂਰਖ ਬਹੁਤ ਵੱਡਾ ਮੂਰਖ, ਬੜਾ ਵੱਡਾ ਦੁਸ਼ਟ ਹੈ। ਕਵੀ ਜੀ ਕਹਿੰਦੇ ਨੇ ਇਸ ਪ੍ਰਕਾਰ ਇਹ ਮੂਰਖ ਜਿਹੜਾ ਚੰਦੂ ਹੈ ਨਾ ਬੜਾ ਦੁਖੀ ਹੋ ਰਿਹਾ, ਤੇ ਦੁਖੀ ਹੋ ਕੇ ਚਿੰਤਾ ਦੇ ਵਿੱਚ ਵੱਡੇ ਵੱਡੇ ਸਾਹ ਭਰ ਰਿਹਾ ਆ, ਬੜੇ ਵੱਡੇ ਹੌਕੇ ਲੈਂਦਾ ਆ, ਕਿਉਂਕਿ ਇਹਦਾ ਕੰਮ ਨਹੀਂ ਬਣਿਆ। ਬੜਾ ਇਹ ਵੈਰ ਕਰਦਾ ਸੀ। ਤੇ ਸਾਧ ਸੰਗਤ ਜੀ ਬੜੇ ਇਸ ਨੇ ਯਤਨ ਕੀਤੇ, ਬੜੀਆਂ ਚਾਲਾਂ ਖੇਡੀਆਂ, ਪਰ ਇਸ ਦਾ ਕੋਈ ਵੀ ਦਾ ਪੇਚ ਨਹੀਂ ਚੱਲਿਆ। ਤੇ ਜਿਸ ਕਰਕੇ ਬਹੁਤ ਜ਼ਿਆਦਾ ਇਹ ਦੁਖੀ ਹੋ ਰਿਹਾ, ਚਿੰਤਾ ਦੇ ਵਿੱਚ ਹੈ। ਤੇ ਸਾਧ ਸੰਗਤ ਜੀ ਜੋ ਤੁਜ ਕੇ ਜਹਾਂਗੀਰੀ ਦੇ ਵਿੱਚ ਜਹਾਂਗੀਰ ਨੇ ਆਪ ਲਿਖਿਆ, ਕਹਿੰਦਾ ਕਿ ਮੈਂ ਗੁਰੂ ਅਰਜਨ ਦੇਵ ਜੀ ਨੂੰ ਇਹ ਹੁਕਮ ਦਿੱਤਾ ਸੀ ਚੰਦੂ ਨੂੰ ਕਿ ਗੁਰੂ ਅਰਜਨ ਦੇਵ ਜੀ ਨੂੰ ਕਸ਼ਟ ਦੇ ਕੇ, ਤਸੀਹੇ ਦੇ ਕੇ ਤੇ ਮਾਰਨਾ ਹੈ, ਸ਼ਹੀਦ ਕਰਨਾ ਆ। ਤੇ ਜਹਾਂਗੀਰ ਇਸ ਤਰ੍ਹਾਂ ਦੇ ਹੁਕਮ ਦੇ ਕੇ ਤੇ ਆਪ ਸਿੰਧ ਨੂੰ ਚਲਿਆ ਜਾਂਦਾ ਕਿ ਮੇਰੇ ਉੱਤੇ ਕੋਈ ਗੱਲਬਾਤ ਨਾ ਆਵੇ। ਤੇ ਦੁਨੀਆ ਦੇ ਵਿੱਚ ਇਹੋ ਹੀ ਆ ਕਿ ਚੰਦੂ ਦੇ ਨਾਲ ਝਗੜਾ ਚੱਲਦਾ ਆ, ਇਹਨਾਂ ਦੀ ਅਣਬਣ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਅੱਗੇ ਬੜੀਆਂ ਚਾਲਾਂ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣਾ ਕਿ ਤੁਸੀਂ ਇਸਲਾਮ ਕਬੂਲ ਕਰੋ, ਜੋ ਇਹਨਾਂ ਦਾ ਅਸਲ ਮਕਸਦ ਹੈ। ਗੁਰੂ ਅਰਜਨ ਦੇਵ ਜੀ ਨੂੰ ਕਹਿਣਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖੋ। ਤੇ ਇਸ ਪ੍ਰਕਾਰ ਬਹੁਤ ਇਹੋ ਜਿਹੀਆਂ ਗੱਲਾਂ ਮਨਾਉਣੀਆਂ ਨੇ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਤਿਗੁਰੂ ਜੀ ਨੇ ਅਡੋਲ ਰਹਿ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ। ਤੇ ਸਾਧ ਸੰਗਤ ਜੀ ਤੇਰਾ ਕੀਆ ਮੀਠਾ ਲੱਗੈ, ਇਹ ਜਿਹੜੇ ਬਚਨਾਂ ਦੇ ਉੱਪਰ ਚੱਲਣਾ ਹੈ, ਭਾਣੇ ਨੂੰ ਮੰਨਣਾ ਹੈ। ਇਹ ਤੁਸੀਂ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਆ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਬਖਸ਼ਣ। ਜੋ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋ ਰਹੇ ਨੇ, 24 ਤਰੀਕ ਨੂੰ ਆਰੰਭ ਹੋਣਗੇ ਤੇ 26 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸਾਧ ਸੰਗਤ ਜੀ ਗੁਰੂ ਕੀ ਬਾਣੀ ਦਾ ਕੀਰਤਨ ਹੋਵੇਗਾ, ਕਥਾ ਵਿਚਾਰਾਂ ਹੋਣਗੀਆਂ, ਤੇ ਆਪ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ, ਵੱਧ ਚੜ੍ਹ ਕੇ ਸੇਵਾਵਾਂ ਨਿਭਾਉਣੀਆਂ ਆਪ ਸਾਰੀਆਂ ਸੰਗਤਾਂ ਨੇ। ਸੋ ਸਤਿਗੁਰੂ ਜੀ ਕਿਰਪਾ ਕਰਨ,
ਚੜ੍ਹਦੀ ਕਲਾ ਬਖਸ਼ਿਸ਼ ਕਰਨ ਮਹਾਰਾਜ। ਤੇ ਸਾਧ ਸੰਗਤ ਜੀ ਆਓ ਹੁਣ ਫਤਿਹ ਦੀ ਸਾਂਝ ਪਾਈਏ। 2 ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ ਜੀ। ਤਾਤੀ ਵਾਉ ਨੈ ਲੱਗੀ ਨੈ ਪਾਇਓ ਤਰਾਸਾ, ਮੂਰਖ ਸੰਕਟ ਕੇ ਸਹਿਤ ਭਰ ਦੀਰਘ ਸਵਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।